ਖੂਨਦਾਨ ਦੀ ਖਰੀਦੋ ਫਰੋਖਤ ਹੋ ਰਹੀ ਹੈ। समाज के वो असली दुश्मन ने ਜਿਹੜੇ ਇਹੋ ਜਿਹੀਆਂ ਗੱਲਾਂ ਨੈਗੇਟਿਵਿਟੀ ਸਮਾਜ ਫੈਲਾਉਂਦੇ ਨੇ। ਲੋਕਾਂ ਨੇ ਭਾਜੀ ਤੁਸੀਂ ਤਾਂ ਲੈ ਕੇ ਵੇਚ ਦੇਣਾ, ਅਸੀਂ ਤਾਂ ਜੀ ਡਾਇਰੈਕਟ ਪੇਸ਼ੈਂਟ ਨੂੰ ਜਾ ਕੇ ਦੇਵਾਂਗੇ। ਵਪਾਰੀ ਕਰਨ ਦਾ ਧੱਬਾ ਲੱਗ ਗਿਆ ਹੈ, ਇਹ ਕਿਸ ਤਰ੍ਹਾਂ ਧੋਤਾ ਜਾ ਜਿਹੜੀਆਂ ਸੱਚੀਆਂ ਐਨਜੀਓਜ਼ ਹੈ ਉਹ ਕਦੇ ਆਪਣਾ ਅਖਬਾਰ ਦੇ ਵਿੱਚ ਨਾਮ ਨਹੀਂ ਢੂੰਡਣਗੀਆਂ। ਆਪ ਖਰਚਾ ਕਰਦੇ ਆ ਰਜਿਸਟਰਮੈਂਟ ਦਾ। ਡੀਐਮਸੀ ਨੇ ਸਾਨੂੰ ਕਦੇ ਨਹੀਂ ਦਿੱਤਾ, ਸੀਐਮਸੀ ਨੇ ਕਦੇ ਨਹੀਂ ਦਿੱਤਾ, ਅਪੋਲੋ ਨੇ ਕਦੇ ਨਹੀਂ ਦਿੱਤਾ, ਫੋਰਟਿਸ ਨੇ ਕਦੇ ਨਹੀਂ ਦਿੱਤਾ। ਡੀਐਮਸੀ ਹੈ ਇਹ ਹਮੇਸ਼ਾ ਕੁਆਲਿਟੀ ਦੇ ਭਰੋਸੇ ਰਹਿੰਦਾ ਹੈ। ਦੇਸ਼ ਵਿਦੇਸ਼ ਵਿੱਚ YouTube ਚੈਨਲ ਵਿਰਾਸਤੀ ਸੱਚ ਦੇਖ ਰਹੇ ਸਮੂਹ ਦਰਸ਼ਕਾਂ ਨੂੰ RS ਖਾਲਸਾ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਪਿਆਰੇ ਦਰਸ਼ਕੋ, ਅਸੀਂ ਅੱਜ ਫੇਰ ਤੁਹਾਡੀ ਸੇਵਾ ਦੇ ਵਿੱਚ ਆਪਣਾ ਪ੍ਰੋਗਰਾਮ ਤਰਕ ਵਿਚਾਰ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਖੂਨਦਾਨ ਦੀ ਮਹੱਤਤਾ ਤੇ ਉਸ ਦਾ ਹੋ ਰਿਹਾ ਵਪਾਰੀਕਰਨ। ਇਸ ਵਿਸ਼ੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਕਈ ਅਤੀ ਸਤਿਕਾਰਯੋਗ ਮਹਿਮਾਨ ਸਾਡੇ ਨਾਲ ਅੱਜ ਹਾਜ਼ਰ ਨੇ। ਆਓ ਆਪ ਜੀ ਨੂੰ ਉਹਨਾਂ ਨਾਲ ਰੂਬਰੂ ਕਰਵਾਈਏ। ਸਾਡੇ ਦਰਮਿਆਨ ਹਾਜ਼ਰ ਨੇ ਡਾਕਟਰ ਅਮਰਜੀਤ ਕੌਰ, ਪ੍ਰੋਫੈਸਰ ਐਂਡ ਹੈੱਡ DMC ਹੌਸਪੀਟਲ ਐਂਡ ਕਾਲਜਸ, ਸਰਦਾਰ ਤਰਨਜੀਤ ਸਿੰਘ ਨਿਮਾਣਾ ਜੀ, ਭਾਈ ਕਨਈਆ ਜੀ, ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ, ਸਰਦਾਰ ਗੁਰਸਾਹਿਬ ਸਿੰਘ ਜੀ ਜੋ ਕਿ ਇੱਕ ਵਲੰਟੀਅਰ ਨੇ, ਬਲੱਡ ਡੋਨੇਟ ਕਰਨ ਦੇ ਮਾਮਲੇ ਵਿੱਚ ਨੌਜਵਾਨਾਂ ਦੇ ਲਈ ਪ੍ਰੇਰਨਾ ਦਾ ਸਰੋਤ ਨੇ। ਸੋ ਸਾਰਿਆਂ ਨੂੰ ਜੀਓ ਆਇਆ ਕਹਿੰਦਾ ਵਾਂ। ਆਓ ਜੀ ਸਾਰੇ ਪਿਆਰ ਨਾਲ ਗੁਰੂ ਦੀ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਖੂਨਦਾਨ ਇੱਕ ਅਜਿਹਾ ਦਾਨ ਹੈ ਜਿਸ ਦੇ ਨਾਲ ਅਸੀਂ ਹਜ਼ਾਰਾਂ ਮਨੁੱਖੀ ਜ਼ਿੰਦਗੀਆਂ ਨੂੰ ਸੁਰੱਖਿਅਤ ਕਰ ਸਕਦੇ ਹਾਂ। ਪਰ ਬੜੀ ਦੁੱਖ ਭਰੀ ਗੱਲ ਹੈ ਕਿ ਖੂਨਦਾਨ ਕਰਨ ਦੇ ਮਾਮਲੇ ਦੇ ਵਿੱਚ ਅਸੀਂ ਬਾਹਰਲੇ ਦੇਸ਼ਾਂ ਤੋਂ ਬਹੁਤ ਪਿੱਛੇ ਹਾਂ। ਸਾਡਾ ਦੇਸ਼ ਦਾ ਜਿਹੜਾ ਯੂਥ ਹੈ, ਨੌਜਵਾਨ ਪੀੜ੍ਹੀ ਹੈ, ਉਹ ਬਹੁਤ ਪਿੱਛੇ ਹੈ। ਉਹ ਕਿਉਂ ਪਿੱਛੇ ਹੈ, ਇਹਦੇ ਕੀ ਕਾਰਨ ਨੇ, ਤੇ ਖਾਸ ਕਰਕੇ ਮੌਜੂਦਾ ਸਮੇਂ ਦੇ ਵਿੱਚ ਉਹਦਾ ਵਿਸਥਾਰਪੂਰਵਕ ਮੁਲਾਂਕਣ ਕਰਨ ਦੇ ਲਈ ਅੱਜ ਅਸੀਂ ਇਸ ਵਿਸ਼ੇ ਉੱਪਰ ਗੱਲ ਕਰਾਂਗੇ। ਸੋ ਡਾਕਟਰ ਸਾਹਿਬ, ਸਾਨੂੰ ਪਲੀਜ਼ ਦੱਸੋ ਵੀ ਖੂਨਦਾਨ ਦੀ ਮਹੱਤਤਾ ਕੀ ਹੈ? ਖਾਲਸਾ ਜੀ, ਤੁਹਾਡਾ ਬਹੁਤ ਅੱਛਾ ਕੁਐਸਚਨ ਹੈ। ਜਿਹੜਾ ਖੂਨ ਹੈ ਇਹ ਕਿਤੋਂ, ਇਹ ਨਾ ਮੁੱਲ ਵਿਕਦਾ, ਨਾ ਇਹਦੇ ਦਵਾਈਆਂ ਦੇ ਆਉਂਦਾ ਥਰੂ। ਬਾਕੀ ਸਾਰੀਆਂ ਕੰਡੀਸ਼ਨਸ ਹੈਗੀਆਂ ਜਿਨ੍ਹਾਂ ਦਾ ਕੋਈ ਨਾ ਕੋਈ ਆਲਟਰਨੇਟ ਹੈ। ਇਹ ਜਿਹੜਾ ਖੂਨਦਾਨ ਹੈ ਅਸੀਂ ਇੱਕ ਬੰਦੇ ਤੋਂ ਹੀ ਲੈ ਕੇ ਦੂਜੇ ਬੰਦੇ ਨੂੰ ਬਚਾ ਸਕਦੇ ਹਾਂ। ਇਸ ਦਾ ਹੋਰ ਕੋਈ ਤਰੀਕਾ ਨਹੀਂ ਹੈ ਕਿ ਜਿਸ ਨਾਲ ਅਸੀਂ ਖੂਨ ਬਣਾ ਲਈਏ। ਅੱਜ ਤੱਕ ਵਰਲਡ ਦੇ ਵਿੱਚ ਕੋਈ ਮਸ਼ੀਨ ਨਹੀਂ ਹੈ ਜਿਹੜੀ ਖੂਨ ਬਣਾ ਦੇਗੀ, ਅਸੀਂ ਬੰਦੇ ਚੋਂ ਹੀ ਲੈਣਾ ਹੈ। ਬਿਲਕੁਲ ਠੀਕ ਕਿਹਾ ਜੀ ਤੁਸੀਂ ਵੀ ਇਹ ਖੂਨ ਇੱਕ ਐਸੀ ਚੀਜ਼ ਹੈ, ਵੀ ਬਲੱਡ ਇੱਕ ਐਸੀ ਚੀਜ਼ ਹੈ ਵੀ ਜਿਸ ਨੂੰ ਕੋਈ ਦੁਨੀਆ ਦੀ ਸ਼ੈ ਨਹੀਂ ਬਣਾ ਸਕਦੀ। ਹਾਂਜੀ, ਇਹ ਕੁਦਰਤ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਹੈ ਤੇ ਜਿਹੜੀਆਂ ਸਾਡੀਆਂ ਮਨੁੱਖੀ ਸਾਹਾਂ ਨੂੰ ਅੱਗੇ ਤੋਰਦੀ ਹੈ। ਸੋ ਬਹੁਤ ਖੂਬਸੂਰਤ ਸ਼ਬਦਾਂ ਦੀ ਤੁਸੀਂ ਸਾਂਝ ਕੀਤੀ ਹੈ ਡਾਕਟਰ ਸਾਹਿਬ। ਸੋ ਸਾਡੇ ਕੋਲ ਸਟੂਡੀਓ ਵਿੱਚ ਹਾਜ਼ਰ ਨੇ ਸਾਡੇ ਵੀਰ ਗੁਰਸਾਹਿਬ ਸਿੰਘ ਜੀ, ਜਿਨ੍ਹਾਂ ਨੇ ਕਾਫੀ ਵਾਰੀ ਆਪਣਾ ਬਲੱਡ ਜਿਹੜਾ ਹੈਗਾ ਉਹ ਡੋਨੇਟ ਕੀਤਾ ਹੈਗਾ। ਸੋ ਗੁਰਸਾਹਿਬ ਸਿੰਘ ਜੀ, ਸਾਨੂੰ ਇਹ ਦੱਸੋ ਵੀ ਤੁਹਾਡੇ ਮਨ ਦੇ ਵਿੱਚ ਇਹ ਪ੍ਰੇਰਨਾ ਕਿੱਥੋਂ ਆਈ, ਕਿਹਨੇ ਦਿੱਤੀ ਬਈ ਵਾਕਈ ਯਾਰ ਖੂਨਦਾਨ ਕਰਨਾ ਚਾਹੀਦਾ ਹੈ? ਜੀ ਮੈਂ ਜੇ ਗੱਲ ਸਟਾਰਟ ਕਰਾਂ ਤਾਂ ਗੱਲ ਇੱਦਾਂ ਸੀਗੀ ਕਿ ਜਦੋਂ ਮੈਂ 18 ਦਾ ਹੋਇਆ, ਮੈਂ ਉਦੋਂ ਵੇਟ ਕਰ ਰਿਹਾ ਸੀਗਾ ਕਿ ਮੈਨੂੰ ਐਂ ਲੱਗਦਾ ਸੀ ਵੀ ਸਾਡੇ ਨਾ ਯੂਜੂਅਲੀ ਫੈਮਿਲੀ 'ਚ ਵੀ ਇੱਦਾਂ ਹੁੰਦਾ ਕਿ ਜਦੋਂ ਕੋਈ ਬੰਦਾ 18 ਦਾ ਹੁੰਦਾ ਤਾਂ ਉਹਨੂੰ ਲੱਗਦਾ ਵੀ ਯਾਰ ਇਹ ਵੱਡਾ ਹੋ ਗਿਆ। ਅਤੇ ਮੈਨੂੰ ਐਂ ਲੱਗਦਾ ਸੀ ਸਭ ਤੋਂ ਵੱਡੇ ਹੋਣ ਦੀ ਸਭ ਤੋਂ ਪਹਿਲੀ ਨਿਸ਼ਾਨੀ ਕੀ ਆ, ਵੀ ਉਦੋਂ ਬੰਦਾ ਖੂਨਦਾਨ ਕਰ ਸਕਦਾ, ਕਿਸੇ ਦੀ ਲਾਈਫ ਬਚਾ ਸਕਦਾ। ਸੋ ਜਦੋਂ ਮੈਂ ਸਭ ਤੋਂ ਪਹਿਲਾਂ 18 ਦਾ ਹੋਇਆ ਤਾਂ ਮੈਂ ਸਭ ਤੋਂ ਪਹਿਲਾਂ ਹੀ ਆਪਣੀ ਲਾਈਫ 'ਚ ਇੱਕ ਇਨਸਪੀਰੇਸ਼ਨ ਕਹਿ ਸਕਦੇ ਹਾਂ ਵੀ ਛੋਟੇ ਹੁੰਦਿਆਂ ਤੋਂ ਹੀ ਆਉਂਦੀ ਹੈ, ਤੁਹਾਡੇ ਘਰੋਂ ਆਉਂਦੀ ਹੈ, ਤੁਹਾਨੂੰ ਇਨਵਾਇਰਮੈਂਟ ਤੋਂ ਮਿਲਦੀ ਹੈ, ਤੁਹਾਡੇ ਆਲੇ ਦੁਆਲੇ ਜਿਹੜੇ ਬੰਦੇ ਆ ਉੱਥੋਂ ਤੁਹਾਨੂੰ ਸਾਰੀ ਇਨਸਪੀਰੇਸ਼ਨ ਮਿਲਦੀ ਹੈ ਕਿ ਤੁਸੀਂ ਕੁਛ ਚੰਗਾ ਕੰਮ ਕਰਨਾ। ਕਿਉਂਕਿ ਬੀਇੰਗ ਬਰੌਟ ਅਪ ਇਨ ਅ ਸਿੱਖ ਫੈਮਿਲੀ
ਤੇ ਇਹ ਤੇ ਤੁਹਾਡੇ ਖੂਨ 'ਚ ਹੀ ਹੁੰਦਾ ਵੀ ਹਾਂਜੀ ਤੁਹਾਨੂੰ ਕੋਈ ਹਮੇਸ਼ਾ ਹੀ ਤੁਸੀਂ ਹੈਲਪ ਕਰਦੇ ਰਹੋ, ਕਿਉਂਕਿ ਜੇ ਤੁਸੀਂ ਸਿੱਖੀ ਨਾਲ ਜਾਂ ਸਿੱਖੀ ਇਤਿਹਾਸ ਨਾਲ ਜੁੜੇ ਹੋ ਜਾਂ ਤੁਹਾਡੇ ਘਰਦਿਆਂ ਨੇ ਤੁਹਾਨੂੰ ਵਿਰਾਸਤ 'ਚ ਉਹ ਚੀਜ਼ ਦਿੱਤੀ ਹੈ ਤੇ ਉਹ ਬਹੁਤ ਪਿਆਰੀ ਚੀਜ਼ ਹੈ। ਸੋ ਉਹ ਜਿੱਦਾਂ ਹੀ ਮੈਂ 18 ਦਾ ਹੋਇਆ ਤੇ ਸਭ ਤੋਂ ਪਹਿਲਾਂ ਮੈਂ ਇਹ ਸੋਚਿਆ ਵੀ ਯਾਰ ਅੱਜ ਇੱਕ ਮਹਾਰਾਜ ਨੇ ਮੈਨੂੰ ਮਤਲਬ ਬਖਸ਼ਿਆ ਤੇ ਮੈਂ ਫਟਾਫਟ ਖੂਨ ਡੋਨੇਟ ਕਰ ਦਵਾਂ। ਸੋ ਗੁਰਸਾਹਿਬ ਸਿੰਘ ਜੀ, ਤੁਸੀਂ ਗੱਲ ਬੜੀ ਇੱਕ ਲੁਕਵੀਂ ਵੀ ਕੀਤੀ ਹੈ ਤੇ ਪਰ ਬੜੀ ਸੋਹਣੇ ਤਰੀਕੇ ਨਾਲ ਕੀਤੀ ਹੈ। ਮੈਂ ਪਰ ਸੋਚਦਾ ਵਾਂ ਵੀ ਤੁਹਾਨੂੰ ਮੋਟੀਵੇਸ਼ਨ ਕਿੱਥੋਂ ਮਿਲੀ? ਇਹਦੇ 'ਚ ਇੱਕ ਫੈਕਟਰ ਨਹੀਂ ਮੈਂ ਕਹਾਂਗਾ, ਇਹ 'ਚ ਬਹੁਤ ਸਾਰੇ ਫੈਕਟਰ ਨੇ ਕਿ ਜਿਨ੍ਹਾਂ ਨੇ ਮਤਲਬ ਮੈਨੂੰ ਡੋਨੇਟ ਕਰਨ ਲਈ ਉਹ ਇਨਸਪਾਇਰ ਕੀਤਾ। ਕਿ ਲੋਕ ਡਰਦੇ ਬਹੁਤ ਸੀਗੇ, ਮੈਨੂੰ ਲੱਗਦਾ ਸੀ ਵੀ ਇਹ ਹੁੰਦਾ ਕੀ ਹੈ ਬੇਸਿਕਲੀ, ਪਹਿਲਾਂ ਇੱਕ ਵਾਰੀ ਕਰਕੇ ਤੇ ਵੇਖੀਏ, ਕਿਉਂਕਿ ਜਵਾਨੀ 'ਚ ਸਭ ਤੋਂ ਵੱਧ ਬੰਦੇ ਨੂੰ ਨਾ ਜਿਹੜੀਆਂ ਐਡਵੈਂਚਰਸ ਚੀਜ਼ਾਂ ਕਰਨ ਦੀ ਬਹੁਤ ਇੱਕ ਉਹ ਹੁੰਦੀ ਹੈ। ਮੈਨੂੰ ਪਹਿਲੀ ਵਾਰ ਜੇ ਮੇਰੇ ਤੋਂ ਪੁੱਛੋ ਤਾਂ ਮੈਂ ਸਿਰਫ ਇਸ ਕਰਕੇ ਕੀਤਾ ਵੀ ਮੈਂ ਦੇ ਕੇ ਦੇਖਣਾ ਵੀ ਹੁੰਦਾ ਕੀ ਹੈ। ਤੇ ਜਦੋਂ ਮੈਂ ਦਿੱਤਾ ਤੇ ਹੋਇਆ ਕੁਝ ਵੀ ਨਹੀਂ, ਤੇ ਫਿਰ ਮੈਨੂੰ ਲੱਗਿਆ ਵੀ ਯਾਰ ਜੇ ਹੁੰਦਾ ਵੀ ਕੁਝ ਨਹੀਂ, ਕਿਸੇ ਦੀ ਜ਼ਿੰਦਗੀ ਵੀ ਬਚ ਸਕਦੀ ਹੈ, ਤੇ ਚਲੋ ਇਹਨੂੰ ਕੰਟੀਨਿਊ ਕਰ। ਮਤਲਬ ਤੁਹਾਡੀ ਉਹ ਕੰਪੇਨ ਜਿਹੜੀ ਸੀ ਉਹ ਰੈਗੂਲਰ ਅੱਗੇ ਤੁਰਨੀ ਸ਼ੁਰੂ ਹੋ ਗਈ? ਹਾਂਜੀ, ਬਹੁਤ ਸਾਰੇ ਫੈਕਟਰ ਸੀਗੇ ਬਈ ਜਿਹੜੇ ਆਪਾਂ ਕਹਿ ਸਕਦੇ ਹਾਂ ਬਈ ਜਿਹਦੇ 'ਚ ਮਤਲਬ ਕੀਤੀਆਂ ਬਈ ਜਿਵੇਂ ਵੀਰ ਜੀ ਹੋਣੀ ਨਾਲ ਬੈਠੇ ਆ, ਇਹਨਾਂ ਨੇ ਇਨਸਪਾਇਰ ਕੀਤਾ, ਮੈਮ ਬੈਠੇ ਆ, ਮਤਲਬ DMC ਦਾ ਇਹ 'ਚ ਬਹੁਤ ਵੱਡਾ ਰੋਲ ਹੈ ਕਿਉਂਕਿ ਇਹ ਟਾਈਮ ਟੂ ਟਾਈਮ ਜਿਹੜੀਆਂ ਨੇ ਕੈਂਪੇਨਸ ਚਲਾਉਂਦੇ ਰਹਿੰਦੇ, ਅਵੇਅਰਨੈਸ ਕੈਂਪੇਨਸ ਚਲਾਉਂਦੇ ਰਹਿੰਦੇ, ਬਹੁਤ ਸਾਰੀਆਂ NGOs ਸੀਗੀਆਂ, ਉਹਨਾਂ ਨੇ ਬਹੁਤ ਇਨਸਪਾਇਰ ਕੀਤਾ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਸਰਦਾਰ ਤਰਨਜੀਤ ਸਿੰਘ ਨਿਮਾਣਾ ਜੀ, ਜੋ ਕਿ ਭਾਈ ਕਨ੍ਹਈਆ ਜੀ ਸੇਵਾ ਮਿਸ਼ਨ ਸੁਸਾਇਟੀ ਦੇ ਮੁੱਖ ਸੇਵਾਦਾਰ ਨੇ, ਮੈਂ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹੁੰਦਾ ਵਾਂ ਕਿ ਭਾਈ ਕਨ੍ਹਈਆ ਜੀ ਸੇਵਾ ਮਿਸ਼ਨ ਸੁਸਾਇਟੀ ਇੱਕ ਐਸੀ ਸੁਸਾਇਟੀ ਹੈ ਜੋ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਖੂਨਦਾਨ ਕਰਨ ਦੇ ਮਾਮਲੇ ਵਿੱਚ ਆਪਣਾ ਇੱਕ ਮੋਹਰੀ ਰੋਲ ਨਿਭਾ ਰਹੀ ਹੈ। ਔਰ ਖਾਸ ਕਰਕੇ ਇਸ ਸੁਸਾਇਟੀ ਦੇ ਜੋ ਮੁੱਖ ਸੇਵਾਦਾਰ ਨੇ ਸਰਦਾਰ ਤਰਨਜੀਤ ਸਿੰਘ ਨਿਮਾਣਾ ਜੀ, ਉਹ ਵੀ ਆਪਣੇ ਆਪ ਵਿੱਚ ਇੱਕ ਸਮਾਜ ਵਾਸਤੇ ਮਿਸਾਲ ਨੇ। ਸੋ ਨਿਮਾਣਾ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਅੱਜ ਸਟੂਡੀਓ ਦੇ ਵਿੱਚ ਆਏ ਹੋ। ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੁੰਦਾ ਵਾਂ ਵੀ ਤੁਸੀਂ ਇੱਕ ਸਫਲ ਬਿਜ਼ਨਸਮੈਨ, ਇੱਕ ਪ੍ਰਾਪਰਟੀ ਐਡਵਾਈਜ਼ਰ ਦੇ ਰੂਪ ਵਿੱਚ ਵਿਚਰ ਰਹੇ ਸੀ ਸਮਾਜ ਵਿੱਚ। ਪ੍ਰਾਪਰਟੀ ਐਡਵਾਈਜ਼ਰ ਤੋਂ ਇਹ ਬਲੱਡ ਡੋਨੇਸ਼ਨ ਵੱਲ ਤੁਹਾਡਾ ਝੁਕਾਅ ਜਿਹੜਾ ਆ ਉਹ ਕਿਉਂ ਹੋਇਆ? ਇਹਦੇ ਪਿੱਛੇ ਕੀ ਕਾਰਨ ਸੀ? ਖਾਲਸਾ ਜੀ, ਮੇਰੇ ਦੋਸਤ ਦੇ ਪਿਤਾ ਜੀ ਜਿਹੜੇ ਮੈਨੂੰ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਸਨ ਜੀ, ਸੋ ਉਹਨਾਂ ਨੂੰ ਕੈਂਸਰ ਹੋ ਗਿਆ। ਉਹਨਾਂ ਦੇ 3 ਜਵਾਨ ਬੱਚੇ ਸੀ ਤੇ ਉਹਨਾਂ ਨੇ ਮੈਨੂੰ ਯਾਦ ਕੀਤਾ ਕਿ ਪਾਪਾ ਜੀ ਨੂੰ ਕੈਂਸਰ ਹੋ ਗਿਆ ਤੇ ਬਲੱਡ ਦੀ 2 ਬੋਤਲਾਂ ਦੀ ਜ਼ਰੂਰਤ ਹੈ। ਤੇ ਉਸ ਵੇਲੇ ਮੈਨੂੰ ਵੀ ਬਲੱਡ ਦਾ ਗਿਆਨ ਨਹੀਂ ਸੀਗਾ ਤੇ ਮੈਂ ਭੱਜ ਦੌੜ ਕਰਨੀ ਸ਼ੁਰੂ ਕੀਤੀ ਬਲੱਡ ਦੇ ਅਰੇਂਜ ਕਰਨ ਲਈ। ਤਾਂ ਮੈਨੂੰ ਪਤਾ ਲੱਗਿਆ ਕਿ ਬਲੱਡ 5000 'ਚ 8000 'ਚ 10000 ਜਿਸ ਤਰ੍ਹਾਂ ਮਿਲਦਾ ਹੈ। ਇਹ ਨਹੀਂ ਸੀ ਗਿਆਨ ਕਿ ਮੈਂ ਵੀ ਦੇ ਸਕਦਾ। ਤੇ ਉਦੋਂ ਫਿਰ ਮੈਨੂੰ ਇੱਕ ਕਿਸੇ ਦੋਸਤ ਨੇ ਕਿਹਾ ਸੀਗਾ, ਮੈਨੂੰ ਯਾਦ ਆ ਗਿਆ ਕਿ ਖੂਨਦਾਨ ਕਰਦਾ ਤੇ ਮੈਂ ਉਹਦੇ ਕੋਲ ਜਾ ਕੇ ਆਇਆ। ਉਹ ਕਹਿੰਦਾ ਯਾਰ ਮੈਂ ਹੁਣੇ ਦੇ ਕੇ ਹਟਿਆ ਤੇ ਇਸ ਦਾ 10-15 ਮੁੰਡੇ ਸਾਡਾ ਗਰੁੱਪ ਆ, ਤੂੰ ਉੱਥੇ ਚਲੇ ਜਾ। ਜਦੋਂ ਮੈਂ ਉੱਥੇ ਗਿਆ ਤੇ ਉਹਨਾਂ ਨੇ ਮੈਨੂੰ 2 ਮੁੰਡਿਆਂ ਦਾ ਅਰੇਂਜ ਕਰਦਾ, 2 ਬੋਤਲਾਂ ਚਾਹੀਦੀਆਂ ਸੀਗੀਆਂ ਖੂਨ ਦੀਆਂ। ਜਦੋਂ ਉਹਨਾਂ ਨੇ ਖੂਨਦਾਨ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ ਯਾਰ ਮੈਂ ਕਿਹਾ ਮੈਂ ਵੀ ਦੇ ਸਕਦਾ। ਕਹਿੰਦੇ ਯਾਰ ਤੂੰ ਕਿਉਂ ਨਹੀਂ ਦੇ ਸਕਦਾ, ਤੂੰ ਵੀ ਖੂਨਦਾਨ ਦੇ ਸਕਦਾ। ਤੇ ਉਦੋਂ ਮੇਰੇ ਮਨ 'ਚ ਇੱਕ ਜਾਗ ਲੱਗ ਚੁੱਕੀ ਸੀਗੀ ਕਿ ਯਾਰ ਅੱਜ ਮੇਰੇ ਦੋਸਤ ਦੇ ਪਿਤਾ ਨੂੰ ਕੱਲ੍ਹ ਨੂੰ ਮੇਰੇ ਪਰਿਵਾਰ 'ਚ ਆ ਗਈ ਤੇ ਮੈਂ ਕਿੱਥੋਂ ਅਰੇਂਜ ਕਰਾਂਗਾ। ਸੋ ਬਹੁਤ ਸੋਹਣੀ ਗੱਲ ਕਹੀ ਨਿਮਾਣਾ ਸਾਹਿਬ। ਤੁਹਾਡੇ ਮਨ ਦੇ ਵਿੱਚ ਇੱਕੋ ਖਿਆਲ ਆਇਆ ਬਈ ਖੂਨਦਾਨ ਸਾਰਿਆਂ ਵਾਸਤੇ ਜ਼ਰੂਰੀ ਹੈ। ਇਹ ਮੇਰੇ ਵਾਸਤੇ ਨਹੀਂ, ਸਮਾਜ ਵਾਸਤੇ, ਸਾਰਿਆਂ ਵਾਸਤੇ ਇੱਕ ਜ਼ਰੂਰੀ ਅੰਗ, ਅਹਿਮ ਅੰਗ ਮੰਨਿਆ ਜਾਂਦਾ ਹੈਗਾ। ਤੇ ਤੁਹਾਡੀ ਮਤਲਬ ਉੱਥੋਂ ਜਾਗ ਲੱਗੀ ਜਿਹੜੀ ਹੈ ਸੀ। ਸੋ ਡਾਕਟਰ ਸਾਹਿਬ, ਬਾਹਰਲੇ ਮੁਲਕਾਂ ਦੇ ਮੁਕਾਬਲੇ ਸਾਡੇ ਇੰਡੀਆ ਦੇ ਵਿੱਚ ਖੂਨਦਾਨ ਦੇਣ ਦੀ ਜਿਹੜੀ ਮੁਹਿੰਮ ਹੈ ਉਹ ਇੰਨੀ ਜਨਤਕ ਮੁਹਿੰਮ ਨਹੀਂ ਬਣ ਸਕੀ, ਇੰਨੀ ਪਾਪੂਲਰ ਨਹੀਂ ਹੋ ਸਕੀ। ਕੀ ਇਹਦੇ ਪਿੱਛੇ ਸਾਡੀਆਂ ਸਰਕਾਰਾਂ ਦੋਸ਼ੀ ਨੇ ਜਾਂ ਇੰਡੀਅਨ ਰੈੱਡ ਕਰਾਸ ਦੋਸ਼ੀ ਹੈ ਜਾਂ NGOs ਦੋਸ਼ੀ ਨੇ, ਤੇ ਜਾਂ ਖਾਸ ਕਰਕੇ ਬਲੱਡ ਬੈਂਕ ਵਾਲੇ ਵੀ ਜਿਹੜੇ ਨੌਜਵਾਨਾਂ ਨੂੰ ਇਹ ਪ੍ਰੇਰਿਤ ਨਹੀਂ ਕਰ ਸਕੇ ਵੀ ਉਹ ਆਓ ਇਸ ਕੰਪੇਨ ਦਾ ਹਿੱਸਾ ਬਣੀਆਂ ਤਾਂ ਕਿ ਇਸ ਕੰਪੇਨ ਨੂੰ ਆਪਾਂ ਵਰਲਡ ਲੈਵਲ ਤੇ ਲੈ ਕੇ ਚੱਲੀਏ? ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਖਾਲਸਾ ਜੀ, ਮੈਂ ਤਾਂ ਪਹਿਲੀ ਗੱਲ ਇਹ ਕਹੂੰਗੀ ਕਿ ਜੇ ਆਪਾਂ ਸੋਚੀਏ ਕਿ ਅਸੀਂ ਡਿਵੈਲਪਡ ਕੰਟਰੀ ਵਰਗੇ ਨਹੀਂ ਬਣੇ, ਅਸੀਂ ਬਣ ਚੁੱਕੇ ਹਾਂ। ਇਹਦੇ ਵਿੱਚ ਸਾਰਿਆਂ ਨੂੰ ਮਿਹਨਤ ਕਰਨੀ ਪੈਣੀ ਹੈ। NGOs ਨੂੰ ਮਿਹਨਤ ਕਰਨੀ ਹੈ, ਜਿਹੜੇ ਅਸੀਂ ਬਲੱਡ ਬੈਂਕ 'ਚ ਕੰਮ ਕਰਦੇ ਹਾਂ ਸਾਰੇ ਬੰਦੇ, ਉਹਨਾਂ ਨੂੰ ਮਿਹਨਤ ਕਰਨੀ ਪੈਣੀ ਹੈ। ਯੂਥ ਜਿਹੜਾ ਹੈਗਾ ਇੰਡੀਆ ਦਾ, ਜਿਹਦੇ ਕੱਲ੍ਹ ਨੂੰ ਭਵਿੱਖ ਹੈ ਜਿਹੜਾ ਇੰਡੀਆ ਦਾ, ਉਸ ਨੇ ਉੱਪਰ ਆਉਣਾ ਹੈ ਕਿਉਂਕਿ ਬਹੁਤ ਸਾਰੇ ਮਰੀਜ਼ਾਂ ਨੂੰ ਖੂਨ ਦੇ ਦਾਨ ਦੀ ਲੋੜ ਪੈਂਦੀ ਹੈ।
ਸੋ ਇਹਨਾਂ ਸਾਰਿਆਂ ਨੂੰ ਕਹਿ ਕੇ ਜੇ ਰੈੱਡ ਕਰਾਸ ਨੂੰ ਵੀ ਐਕਟਿਵ ਹੋਣਾ ਚਾਹੀਦਾ ਹੈ, ਸਿਵਲ ਹਸਪਤਾਲ ਨੂੰ ਵੀ ਐਕਟਿਵ ਹੋਣਾ ਚਾਹੀਦਾ ਹੈ, ਜਿੰਨੇ ਵੀ ਬਲੱਡ ਬੈਂਕ ਹੈ ਦੇ ਸ਼ੁੱਡ ਆਲ ਬੀ ਵੈਰੀ ਐਕਟਿਵ। ਇੱਕ ਜਾਣੇ ਦੀ ਇਹਦੇ 'ਚ ਲੋੜ ਨਹੀਂ ਹੈ, ਸਾਰੇ ਦੇਸ਼ ਦੀ ਲੋੜ ਹੈ। ਜੇ ਸਪੋਜ਼ ਅੱਜ ਮੇਰੇ ਕੋਲ ਕੋਈ ਬਲੱਡ ਨਹੀਂ ਹੈ ਤਾਂ ਮੈਨੂੰ ਇੰਨਾ ਹੋਣਾ ਚਾਹੀਦਾ ਕਿ ਮੈਂ CMC ਜਾਂ ਰੈੱਡ ਕਰਾਸ ਜਾਂ ਸਿਵਲ ਹਸਪਤਾਲ ਨੂੰ ਕਹਾਂ ਕਿ ਆ ਨਹੀਂ ਹੈ, ਬੰਦਾ ਮਰ ਰਿਹਾ, ਭੇਜੋ। ਸੋ ਸਾਰਿਆਂ ਨੂੰ ਬੜੇ ਕੋਆਰਡੀਨੇਟ ਹੋ ਕੇ ਔਰ ਇੱਕ ਦੂਜੇ ਦੇ ਨਾਲ ਸਾਥ ਦੇਵਾਂਗੇ ਤਾਂ ਡੈਫੀਨੇਟਲੀ ਅਸੀਂ ਵਿਦਿਨ ਫਿਊ ਇਅਰਸ, ਵੈਸੇ ਤਾਂ ਅਸੀਂ ਬਹੁਤ ਪਹੁੰਚ ਚੁੱਕੇ ਹਾਂ ਉੱਪਰ, ਪਰ ਵਿਦਿਨ ਫਿਊ ਇਅਰਸ ਆਈ ਐਮ ਸ਼ੋਰ ਵੀ ਵਿਲ ਰੀਚ ਟੂ ਦਾ 100% ਆਫ ਦੀ ਵੋਲੰਟਰੀ ਬਲੱਡ ਡੋਨੇਸ਼ਨ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਤੁਸੀਂ ਗੱਲ ਬੜੀ ਪਤੇ ਦੀ ਕਹੀ ਹੈ ਸਾਡੇ ਦਰਸ਼ਕਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਡਿਵੈਲਪ ਕੰਟਰੀਜ਼ ਜਿਹੜੇ ਹੈਗੇ ਨੇ ਵਰਲਡ ਦੇ, ਉਹਨਾਂ ਦਾ ਮੁਕਾਬਲਾ ਕਰ ਸਕਾਂਗੇ। ਨਮਾਣਾ ਸਾਹਿਬ, ਤੁਹਾਡੀ ਜਿਹੜੀ ਸੁਸਾਇਟੀ ਹੈ ਇਹ ਖੂਨਦਾਨ ਕੈਂਪ ਪੂਰੇ ਪੰਜਾਬ ਦੇ ਵਿੱਚ ਲਗਾਉਂਦੀ ਹੈ, ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ, ਵੱਖ-ਵੱਖ ਪਿੰਡਾਂ ਦੇ ਵਿੱਚ ਲਗਾ ਰਹੀ ਹੈ। ਉਹ ਖੂਨਦਾਨ ਕੈਂਪ ਲਗਾਉਣ ਤੋਂ ਪਹਿਲਾਂ ਲੋਕਾਂ ਨੂੰ ਖੂਨਦਾਨ ਕਰਨ ਸੰਬੰਧੀ ਕਿੱਦਾਂ ਅਵੇਅਰਨੈਸ ਕਰਦੀ ਹੈ, ਕਿਸ ਤਰ੍ਹਾਂ ਜਾਗਰੂਕ ਕਰਦੀ ਹੈ, ਇਹਦੇ ਬਾਰੇ ਖੁਲਾਸਾ ਕਰੋ। ਖਾਲਸਾ ਜੀ, ਤੁਹਾਡਾ ਸਵਾਲ ਬਹੁਤ ਵਧੀਆ ਹੈ। ਅਸੀਂ ਜਿੱਥੇ ਵੀ ਕਿਤੇ ਖੂਨਦਾਨ ਕੈਂਪ ਲਾਣਾ, ਉਸ ਤੋਂ ਪਹਿਲਾਂ ਅਸੀਂ ਆਪਣੇ ਸਾਥੀਆਂ ਨੂੰ ਕਹਿੰਦੇ ਆ ਕਿ ਤੁਸੀਂ ਇਕੱਠ ਕਰੋ। ਅਸੀਂ ਉੱਥੇ ਅਵੇਅਰਨੈਸ ਕੈਂਪ ਲਗਾਉਂਦੇ ਆ, ਜਿਹਦੇ ਵਿੱਚ ਉਹਨਾਂ ਨੂੰ ਖੂਨ ਦੀ ਮਹੱਤਤਾ ਬਾਰੇ ਦੱਸਿਆ ਜਾਂਦਾ ਕਿ ਤੁਹਾਡਾ ਖੂਨਦਾਨ ਨਾਲ ਕੋਈ ਫਰਕ ਨਹੀਂ ਪੜਦਾ, ਤੁਸੀਂ ਖੂਨਦਾਨ ਕਰੋ। ਖੂਨਦਾਨ ਕਰਨ ਨਾਲ ਤੁਹਾਡੇ ਸਾਈਲੈਂਟ ਕਿਲਰ 5 ਤਰ੍ਹਾਂ ਦੇ ਟੈਸਟ ਫ੍ਰੀ ਹੋ ਜਾਂਦੇ ਆ ਅਤੇ ਤੁਹਾਡੀ ਬਾਡੀ ਦੀ ਹਾਰਟ ਦੀ ਸਰਵਿਸ ਹੋ ਜਾਂਦੀ ਹੈ, ਤੁਹਾਨੂੰ ਵੱਡੀਆਂ ਬਿਮਾਰੀ ਤੋਂ ਰਾਹਤ ਮਿਲਦੀ ਹੈ ਅਤੇ ਤੁਹਾਨੂੰ ਇੱਕ ਚੰਗੀ ਨਿਰੋਈ ਸਿਹਤ ਮਿਲਦੀ। ਜਿਸ ਤਰ੍ਹਾਂ ਉਦਾਹਰਨ ਵਜੋਂ ਆਪਾਂ ਮੋਟਰਸਾਈਕਲ ਗੱਡੀਆਂ ਦੀ ਸਰਵਿਸ ਕਰਾਉਂਦੇ ਹਾਂ ਹਰ 3 ਮਹੀਨੇ ਬਾਅਦ, ਇਸੇ ਤਰ੍ਹਾਂ ਹੀ ਪ੍ਰਮਾਤਮਾ ਨੇ, ਨਿਰੰਕਾਰ ਨੇ ਵੀ ਸਾਡਾ ਇੱਕ ਨਿਯਮ ਬਣਾਇਆ ਕਿ ਇੱਕ ਇਨਸਾਨ ਖੂਨਦਾਨ ਕਰੇਗਾ ਤਾਂ ਦੂਸਰੀ ਜ਼ਿੰਦਗੀ ਬਚੇਗੀ। ਹਰ 3 ਮਹੀਨੇ ਦਾਨ ਕਰਨ ਨਾਲ ਜਿੱਥੇ ਸਾਨੂੰ ਵੱਡੀਆਂ ਬਿਮਾਰੀ ਤੋਂ ਰਾਹਤ ਮਿਲਦੀ ਹੈ, ਉੱਥੇ ਸਾਡੇ ਸਰੀਰ ਦੀ ਵੀ ਸਰਵਿਸ ਹੋ ਜਾਂਦੀ ਹੈ। ਇਹ ਪੁੰਨ ਅਤੇ ਫਲੀਆਂ ਦਾ ਕਾਰਜ ਹੈ। ਸੋ ਜਦੋਂ ਅਸੀਂ ਇਹ ਉਹਨਾਂ ਨੂੰ ਪ੍ਰੇਰਦੇ ਹਾਂ ਅਤੇ ਫਿਰ ਸਾਡੇ ਕੋਲ ਖੂਨਦਾਨ ਕੈਂਪਾਂ 'ਚ ਵੱਡੀ ਤਾਦਾਦ ਦੇ ਵਿੱਚ ਲੋਕ ਆ ਕੇ ਖੂਨਦਾਨ ਕਰਦੇ ਆ। ਠੀਕ ਹੈ ਜੀ, ਤੁਸੀਂ ਬਹੁਤ ਚੰਗੀ ਗੱਲ ਕਹੀ ਹੈ ਵੀ ਤੁਸੀਂ ਯੂਥ ਨੂੰ ਪ੍ਰੇਰਨਾ ਦਿੰਦੇ ਹੋ ਵੀ ਸਾਡੇ ਇਹਨਾਂ ਕੈਂਪਾਂ 'ਚ ਆਓ ਔਰ ਕੀਮਤੀ ਮਨੁੱਖੀ ਜ਼ਿੰਦਗੀਆਂ ਨੂੰ ਬਚਾਉਣ ਵਾਸਤੇ ਆਪਣਾ ਯੋਗਦਾਨ ਪਾਓ। ਸੋ ਮੇਰੇ ਵੀਰ ਗੁਰਸਾਹਿਬ ਸਿੰਘ ਜੀ, ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਹਾਂ ਵੀ ਤੁਸੀਂ ਵੀ ਇੱਕ ਯੂਥ ਵਲੰਟੀਅਰ ਦੇ ਰੂਪ ਵਿੱਚ ਸਮਾਜ ਵਿੱਚ ਵਿਚਰਦੇ ਹੋ ਜੀ। ਮੌਜੂਦਾ ਸਮੇਂ ਜਿਹੜਾ ਪੰਜਾਬ ਦਾ ਨੌਜਵਾਨ ਹੈ, ਮੇਰੇ ਖਿਆਲ ਨਾਲ ਨਸ਼ਿਆਂ ਦਾ ਸ਼ਿਕਾਰ ਹੋਇਆ ਪਿਆ ਜੀ ਇਸ ਵੇਲੇ ਪੂਰਾ। ਬਿਲਕੁਲ ਠੀਕ ਹੈ। ਤੇ ਜਦੋਂ ਬੰਦਾ ਨਸ਼ਿਆਂ ਦਾ ਸ਼ਿਕਾਰ ਹੋ ਜਾਵੇ ਤੇ ਮੇਰਾ ਖਿਆਲ ਉਹ ਖੂਨਦਾਨ ਨਹੀਂ ਕਰ ਸਕਦਾ। ਤੇ ਤੁਸੀਂ ਵੀ ਐਜ਼ ਇੱਕ ਯੂਥ ਵਜੋਂ ਵਿਚਰਦੇ ਹੋ ਜਦੋਂ, ਤੇ ਤੁਸੀਂ ਕੀ ਮਹਿਸੂਸ ਕਰਦੇ ਹੋ, ਪੰਜਾਬ ਦਾ ਨੌਜਵਾਨ ਵਾਕਈ ਨਹੀਂ ਖੂਨਦਾਨ ਦੇਣਾ ਚਾਹੁੰਦਾ ਜਾਂ ਉਹ ਨਸ਼ਿਆਂ ਦੇ ਰੁਝਾਨ ਕਰਕੇ ਡਰਦਾ ਵੀ ਭਾਈ ਅਸੀਂ ਅੱਗੇ ਨਹੀਂ ਆਉਣਾ? ਦੇਖੋ, ਦੋਵੇਂ ਤਰ੍ਹਾਂ ਦੇ ਐਸਪੈਕਟ ਨੇ ਜੀ। ਮੈਂ ਇਹਦੇ 'ਚ ਇੱਦਾਂ ਕਹਿਣਾ ਚਾਹੁੰਦਾ ਵਾਂ ਕਿ ਜਿਹੜੇ ਤਾਂ ਲੋਕ ਨਸ਼ੇ 'ਤੇ ਲੱਗ ਚੁੱਕੇ ਆ ਉਹਨਾਂ ਨੂੰ ਤਾਂ ਕਲੀਅਰ ਕੱਟ ਪਤਾ ਹੈ ਕਿ ਬਈ ਅਸੀਂ ਜਦੋਂ ਨਸ਼ਾ ਕਰ ਹੀ ਰਹੇ ਹਾਂ, ਉਹ ਕਲੀਅਰ ਕੱਟ ਆ ਕੇ ਕਹਿ ਦਿੰਦੇ ਨੇ ਜੀ ਅਸੀਂ ਤਾਂ ਨਸ਼ਾ ਕਰਦੇ ਹਾਂ, ਇਸ ਕਰਕੇ ਅਸੀਂ ਡੋਨੇਟ ਨਹੀਂ ਕਰ ਸਕਦੇ। ਪਰ ਆਪਾਂ ਦੂਜੇ ਐਸਪੈਕਟ ਨੂੰ ਵੀ ਇਗਨੋਰ ਨਹੀਂ ਕਰ ਸਕਦੇ ਕਿ ਬਹੁਤ ਬੰਦੇ ਹਜੇ ਡਰਦੇ ਆ, ਉਹਨਾਂ ਨੂੰ ਪਤਾ ਹੀ ਨਹੀਂਗਾ। ਉਹਨਾਂ ਦੇ ਦਿਮਾਗ 'ਚ ਸਿਰਫ ਇੱਕੋ ਗੱਲ ਹੈ, ਜੇ ਮੈਂ ਖੂਨਦਾਨ ਕਰਤਾ ਤਾਂ ਮੇਰੇ 'ਚ ਕਮਜ਼ੋਰੀ ਆ ਜਾਣੀ ਹੈ। ਭਲਵਾਨ 80-80 90-90 ਕਿਲੋਆਂ ਦੇ, ਉਹਨਾਂ ਦੇ ਸਾਹਮਣੇ ਉਹ ਵੀ ਸੂਈ ਵੇਖ ਕੇ ਕਹਿੰਦੇ ਉਹ ਭਾਜੀ ਸਾਨੂੰ ਨਾ ਮਤਲਬ ਕਮਜ਼ੋਰੀ ਆ ਜਾਣੀ ਹੈ ਜੀ, ਅਸੀਂ ਗੇਮ ਕਰਦੇ ਹਾਂ। ਸੋ ਉਹ ਜਿਹੜਾ ਆਸਪੈਕਟ ਹੈ, ਉਹ ਅਵੇਅਰਨੈਸ ਬਹੁਤ ਵੱਡੇ ਲੈਵਲ 'ਤੇ ਸਾਨੂੰ ਸਾਰਿਆਂ ਨੂੰ ਪੂਰੇ ਪੰਜਾਬ 'ਚ, ਪੂਰੇ ਇੰਡੀਆ 'ਚ, ਪੂਰੇ ਵਰਲਡ 'ਚ ਕਰਨੀ ਪਊਗੀ। ਮਤਲਬ ਗੁਰਸਾਹਿਬ ਸਿੰਘ ਦਾ ਉੱਤਰ ਇਹ ਹੈਗਾ ਵੀ ਸਾਨੂੰ ਡਰਨ ਦੀ ਲੋੜ ਨਹੀਂ ਹੈਗੀ, ਬਿਲਕੁਲ ਤੇ ਖੁੱਲ੍ਹ ਕੇ ਮਤਲਬ ਇਸ ਕੈਂਪੇਨ ਦੇ ਵਿੱਚ ਸ਼ਾਮਲ ਹੋਣ ਦੀ ਲੋੜ ਹੈ। ਹਾਂਜੀ। ਸੋ ਨਮਾਣਾ ਸਾਹਿਬ, ਤੁਸੀਂ ਹੁਣ ਤੱਕ ਕਿੰਨੇ ਆਪਣੇ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਜਿਹੜੇ ਪੰਜਾਬ ਦੇ ਵਿੱਚ ਲਗਾ ਚੁੱਕੇ ਹੋ? 379 ਖੂਨਦਾਨ ਕੈਂਪ ਲਾ ਚੁੱਕੇ ਹਾਂ ਜੀ। ਤੇ ਹੁਣ ਤੱਕ ਕਿੰਨੇ ਕੁ ਯੂਨਿਟ ਤੁਸੀਂ ਜਿਹੜਾ ਚਲੋ ਵਰਬਲੀ ਕਿੰਨਾ ਕੁ ਯੂਨਿਟ ਇਕੱਠਾ ਕਰ ਚੁੱਕੇ ਹੋ? 50,000 ਤੋਂ ਵੱਧ ਅਸੀਂ ਯੂਨਿਟ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਨੂੰ ਹੁਣ ਤੱਕ ਅਸੀਂ ਇਕੱਠਾ ਕਰਕੇ ਦਿੱਤਾ ਹੈਗਾ, ਵੱਖਰੇ ਹਸਪੀਟਲਸ ਨੂੰ, ਹੈ ਨਾ। ਸੋ ਡਾਕਟਰ ਸਾਹਿਬ, ਇੱਕ ਜਿਸ ਤਰ੍ਹਾਂ ਭਾਈ ਸਾਹਿਬ ਇੱਕ NGO ਚਲਾ ਰਹੇ ਨੇ, ਬਲੱਡ ਡੋਨੇਸ਼ਨ ਦੀ ਕੈਂਪ ਲਗਾ ਰਹੇ ਨੇ, ਮੈਨੂੰ ਕਹਿ ਰਹੇ ਨੇ ਵੀ 50,000 ਤੋਂ ਵੱਧ ਯੂਨਿਟ ਇਕੱਠਾ ਕਰਕੇ ਅਸੀਂ ਹਸਪੀਟਲਸ ਨੂੰ ਦਿੱਤਾ ਹੈਗਾ, ਇੰਡੀਅਨ ਰੈੱਡ ਕਰਾਸ ਸੁਸਾਇਟੀਜ਼ ਨੂੰ ਦਿੱਤਾ ਹੈਗਾ। ਸੋ ਇੰਨੀ ਤਾਦਾਦ ਦੇ ਵਿੱਚ ਜਦੋਂ ਬਲੱਡ ਇਕੱਠਾ ਹੋ ਕੇ ਹਸਪੀਟਲਾਂ ਅਤੇ ਬਲੱਡ ਬੈਂਕਾਂ 'ਚ ਆ ਜਾਂਦਾ ਹੈ, ਖਾਸ ਕਰਕੇ ਤੁਹਾਡਾ ਹਸਪੀਟਲ ਜਿਹੜਾ DMC ਹਸਪੀਟਲ ਹੈ, ਉਹ ਇੱਕ ਨਾਮੀ ਹਸਪੀਟਲ ਹੈ ਔਰ ਮੇਰਾ ਖਿਆਲ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਇੱਕ ਸੰਸਥਾ ਹੈ ਆਪਣੇ ਆਪ ਵਿੱਚ, ਸਭ ਤੋਂ ਵੱਡਾ ਬਲੱਡ ਬੈਂਕ ਵੀ ਤੁਹਾਡੇ ਕੋਲ ਹੈ PGI ਤੋਂ ਬਾਅਦ ਮੇਰਾ ਖਿਆਲ। ਸੋ ਇੰਨਾ ਬਲੱਡ ਤੁਹਾਡੇ ਬਲੱਡ ਬੈਂਕ 'ਚ ਜਦੋਂ ਇਕੱਤਰ ਹੋ ਜਾਂਦਾ ਹੈ, ਉਹਨੂੰ ਤੁਸੀਂ ਯੂਟਿਲਾਈਜ਼ ਕਿਸ ਤਰ੍ਹਾਂ ਕਰਦੇ ਹੋ ਜੀ? ਖਾਲਸਾ ਜੀ, ਤੁਹਾਡਾ ਕੁਐਸਚਨ ਬਿਲਕੁਲ ਠੀਕ ਹੈ ਕਿ ਇੰਨਾ ਤਾਦਾਦ ਦੇ ਵਿੱਚ ਸਾਡੇ ਕੋਲ ਬਲੱਡ ਆਉਂਦਾ ਹੈ। ਸੋ ਪਰ ਮਰੀਜ਼ ਵੀ ਦੇਖੋ, ਦਿਆਨੰਦ ਦੇ ਵਿੱਚ ਮਰੀਜ਼ ਬਹੁਤ ਜ਼ਿਆਦਾ ਆਉਂਦਾ ਹੈ। ਮੇਜਰ ਜਿਹੜਾ ਬਲੱਡ ਹੈ ਉਹ ਥੈਲਾਸੀਮਿਕ ਬੱਚੇ ਨੂੰ ਜਾਂਦਾ ਹੈ ਔਰ ਦੂਸਰੀ ਕੈਟਾਗਰੀ ਹੈ ਕੈਂਸਰ ਪੇਸ਼ੈਂਟਸ।
तीसरी कैटेगरी है डायलिसिस पेशेंट्स और सारे एक्सीडेंटल केसेस दयानंद हस्पताल ਦੇ ਵਿੱਚ ਆਉਂਦੇ ਨੇ ਔਰ ਇਹਨਾਂ ਦੀਆਂ ਡਿਮਾਂਡ ਪੂਰੀਆਂ ਕਰਨ ਨੂੰ ਸਾਨੂੰ ਬਹੁਤ ਤਾਦਾਦ ਦੇ ਵਿੱਚ ਬਲੱਡ ਚਾਹੀਦਾ ਹੈ। ਇਸ ਕਰਕੇ ਸਾਨੂੰ ਡਿਫਰੈਂਟ ਐਨਜੀਓਜ਼ ਨਾਲ ਔਰ ਹਰ ਇੱਕ ਨਾਲ ਜਾ ਕੇ ਰਿਕੁਐਸਟ ਕਰਨੀ ਪੈਂਦੀ ਹੈ ਕਿ ਤੁਸੀਂ ਇਹਨਾਂ ਮਰੀਜ਼ਾਂ ਲਈ ਆਓ। ਤੁਹਾਡੇ ਇਸ ਬਲੱਡ ਬੈਂਕ ਦੇ ਵਿੱਚ ਹਾਂਜੀ, ਬਲੱਡ ਸਕੇਅਰ ਕਰਨ ਦੀ ਕਿੰਨੀ ਕੁ ਕਪੈਸਿਟੀ ਹੈਗੀ ਹੈ? ਸਾਡੇ ਬਲੱਡ ਸਕੇਅਰ ਕਰਨ ਦੀ ਬਹੁਤ ਕੈਪੈਸਿਟੀ ਹੈ, ਜਿਹਦੇ ਮੈਂ ਫਿਗਰ ਤਾਂ ਨਹੀਂ ਦੱਸੂਗੀ, ਪਰ 8-10 ਹਜ਼ਾਰ ਵੀ ਆ ਜਾ ਤਾਂ ਅਸੀਂ ਕਰ ਲਾਂਗੇ। ਬਿਕੋਜ਼ ਸਾਡੀ ਜਿਹੜੀ ਯੂਟਿਲਾਈਜੇਸ਼ਨ ਹੈ 200 ਤੋਂ ਉੱਪਰ ਹੈ ਇੱਕ ਦਿਨ ਦੇ ਵਿੱਚ ਡੇਲੀ। ਸਿਰਫ 3-4 ਮਹੀਨੇ ਤੋਂ ਸਟੈਂਡ ਸਟਿਲ ਹੈ, ਨਹੀਂ ਤਾਂ ਸਾਡੀ ਰੋਜ਼ ਦੀ, ਮੈਂ ਹੁਣ 30 ਸਾਲਾਂ ਤੋਂ ਇੱਥੇ ਕੰਮ ਕਰਦੀ ਹਾਂ, ਰੋਜ਼ ਦੀ ਜਿਹੜੀ ਬਲੱਡ ਅਸੀਂ ਸਪਲਾਈ ਕਰਦੇ ਹਾਂ ਦੈਟ ਇਜ਼ ਮੋਰ ਦੈਨ 200। ਸੋ ਯੂ ਕੈਨ ਕੈਲਕੂਲੇਟ ਕਿ ਕਿੰਨੀ ਅਮਾਉਂਟ ਦੇ ਵਿੱਚ ਅਸੀਂ ਬਲੱਡ ਇਕੱਠਾ ਕਰ ਸਕਦੇ ਹਾਂ। ਔਰ ਬਲੱਡ ਨੂੰ ਕਿੰਨੇ ਟਾਈਮ ਪੀਰੀਅਡ ਤੱਕ ਅਸੀਂ ਸੇਵ ਕਰਕੇ ਰੱਖ ਸਕਦੇ ਹਾਂ? ਖਾਲਸਾ ਜੀ ਦੇਖੋ, ਹੁਣ ਆਪਾਂ ਕੰਪੋਨੈਂਟ ਦਾ ਜ਼ਮਾਨਾ ਹੈ, ਠੀਕ ਹੈ। ਹੁਣ ਜਿਹੜੇ ਪੈਕਡ ਸੈਲਸ ਨੇ ਉਹਨਾਂ ਦੀ ਜਿਹੜੀ ਲਾਈਫ ਹੈ ਉਹ ਦੈਟ ਇਜ਼ 25 to 30 ਡੇਜ਼, ਠੀਕ ਹੈ। ਜਿਹੜੀ ਪਲੇਟਲੈਟ ਹੈ ਉਹਨਾਂ ਨੂੰ ਰੂਮ ਟੈਂਪਰੇਚਰ ਤੇ ਰੱਖਣਾ, ਉਹਦੀ ਲਾਈਫ ਸਾਰੀ 5 ਦਿਨ ਹੈ। ਤੇ ਜਿਹੜਾ ਪਲਾਜ਼ਮਾ ਹੈ ਉਹਦੀ ਜਿਹੜੀ ਲਾਈਫ ਹੈ ਉਹ 1 ਈਅਰ ਤੱਕ ਹੈ -30 ਤੇ ਜੀ, ਠੀਕ ਹੈ। ਜੇ ਕ੍ਰਾਇਓਪ੍ਰੈਸਪੀਟੇਟ ਹੈ -80 ਤੇ ਉਹਦੀ ਲਾਈਫ 5 ਸਾਲ ਲਈ। ਤੇ ਜਿਹੜਾ ਤੁਹਾਡਾ ਬਲੱਡ ਬੈਂਕ ਹੈ ਦੀ ਟਾਈਮਿੰਗ ਕੀ ਹੈ? 24/7 365 ਡੇਜ਼। ਕੋਈ ਵੀ ਛੁੱਟੀ, ਕੋਈ ਵੀ ਸੰਡੇ, ਕੋਈ ਵੀ ਹੌਲੀਡੇ, ਕੋਈ ਵੀ ਰਿਸਟ੍ਰਿਕਟਡ, ਈਵਨ ਔਨ ਡੇ ਆਫ ਦੀਵਾਲੀ ਆਲਸੋ ਵੈਨ ਐਵਰੀਬਡੀ ਵਾਂਟਸ ਕਿ ਅਸੀਂ ਪੂਜਾ ਕਰਨ ਜਾਣੀ ਹੈ ਤਾਂ ਵੀ ਅਸੀਂ ਉਹਨੂੰ ਘੰਟਾ ਦਿੰਦੇ ਹਾਂ। ਕੋਈ ਵੀ ਇਹਦਾ ਘੰਟਾ ਜਿਹੜਾ ਹੈ ਕਿ ਮਾਈਨਸ ਨਹੀਂ ਹੁੰਦਾ। ਔਰ ਆਲ ਡਾਕਟਰਸ, ਆਲ ਪੈਰਾਮੈਡੀਕਲ ਸਟਾਫ, ਆਲ ਸਫਾਈ ਸੇਵਕਸ, ਨਰਸਿਸ, ਆਲ ਐਕਟਿਵ ਆਲ ਦਾ ਟਾਈਮ, ਆਲ ਦਾ ਡੇ। ਸੋ ਨਿਮਾਣਾ ਜੀ, ਅੱਜ ਕੱਲ੍ਹ ਜੋ ਮਹਾਂਮਾਰੀ ਦਾ ਰੁਝਾਨ ਚੱਲ ਰਿਹਾ ਹੈਗਾ ਸਮੁੱਚੇ ਵਿਸ਼ਵ ਦੇ ਵਿੱਚ, ਉਹਦੇ ਵਾਸਤੇ ਖੂਨਦਾਨ ਦੀ ਇੰਨੀ ਲੋੜ ਹੈ ਜਾਂ ਨਹੀਂ? ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜਿੱਥੋਂ ਤੱਕ ਤਾਂ ਮਹਾਂਮਾਰੀ ਦਾ ਸਵਾਲ ਹੈ, ਮਹਾਂਮਾਰੀ ਦਾ ਖੂਨਦਾਨ ਦੇ ਨਾਲ ਕੋਈ ਸੰਬੰਧ ਨਹੀਂ ਤੇ ਨਾ ਹੀ ਖੂਨ ਦੇ ਵਿੱਚ ਮਹਾਂਮਾਰੀ ਪਾਈ ਜਾਂਦੀ ਹੈ। ਸੋ ਉਹਦੇ ਕਰਕੇ ਭਾਰੀ ਕਿੱਲਤ ਜ਼ਰੂਰ ਆਈ ਹੈ, ਲੋਕ ਡਰੇ ਹੋਏ ਹੈ, ਜਾਗਰੂਕ ਨਹੀਂ। ਇਸ ਕਰਕੇ ਬਲੱਡ ਦੀ ਤਾਂ ਹਮੇਸ਼ਾ ਹੀ ਇਸ ਟਾਈਮ ਬਹੁਤ ਜ਼ਿਆਦਾ ਲੋੜ ਹੈ। ਮੈਂ ਅਪੀਲ ਕਰਾਂਗਾ ਕਿ ਨੌਜਵਾਨਾਂ ਨੂੰ ਕਿ ਮਾਨਵਤਾ ਦੇ ਭਲੇ ਲਈ ਅੱਗੇ ਆਓ। ਇਹ ਤਾਂ ਮਹਾਂਮਾਰੀ ਨਾਲ ਕੋਈ ਸੰਬੰਧ ਨਹੀਂ ਹੈ। ਜੀ, ਬਹੁਤ ਸਿਆਣੀ ਤੇ ਸੁਲਝੀ ਹੋਈ ਗੱਲ ਤੁਸੀਂ ਕੀਤੀ ਹੈ ਨਿਮਾਣਾ ਸਾਹਿਬ, ਬਈ ਇਸ ਸਮੇਂ ਦੇ ਵਿੱਚ ਹਰ ਇਨਸਾਨ ਨੂੰ ਆਪਣਾ ਬਣਦਾ ਜਿਹੜਾ ਫਰਜ਼ ਹੈ ਉਹ ਨਿਭਾਉਣਾ ਚਾਹੀਦਾ ਹੈ। ਸੋ ਗੁਰਸਾਹਿਬ ਸਿੰਘ ਜੀ, ਤੁਸੀਂ ਦੱਸੋ ਵੀ ਤੁਸੀਂ ਇੱਕ ਬਲੱਡ ਡੋਨਰ ਹੈਗੇ ਹੋ, ਖੁਦਾ ਨਾ ਖਾਸਤਾ ਤੁਹਾਨੂੰ ਕੱਲ੍ਹ ਨੂੰ ਕਿ ਖੂਨ ਦੀ ਜਾਂ ਬਲੱਡ ਦੀ ਲੋੜ ਪੈ ਜਾਂਦੀ ਹੈ ਕਿਸੇ ਮਿੱਤਰ ਸੱਜਣ ਵਾਸਤੇ, ਜੀ, ਤੁਸੀਂ ਹਸਪੀਟਲ ਨੂੰ ਅਪਰੋਚ ਕਰਦੇ ਹੋ ਜਾਂ ਐਨਜੀਓ ਦੇ ਰੂਪ ਵਿੱਚ ਕਿਸੇ ਸੰਸਥਾ ਨਾਲ ਜੁੜੇ ਹੋਏ ਉਹਨੂੰ ਅਪਰੋਚ ਕਰਦੇ ਹੋ? ਪਹਿਲਾਂ ਅਸੀਂ ਪੇਸ਼ੈਂਟ ਜਿਹੜੇ ਹਸਪੀਟਲ 'ਚ ਹੁੰਦਾ ਸੀ ਉਹਨੂੰ ਕਹੀਦਾ ਯਾਰ ਉੱਥੇ ਟਰਾਈ ਕਰ ਲੈ, ਜੇ ਤੇ ਉੱਥੇ ਅਵੇਲੇਬਲ ਹੈਗਾ ਤਾਂ ਵੈਲ ਐਂਡ ਗੁੱਡ, ਜੇ ਨਹੀਂ ਹੈਗਾ ਤਾਂ ਲੁਧਿਆਣਾ, ਪੰਜਾਬ ਬਹੁਤ ਸਾਰੀਆਂ ਐਨਜੀਓਜ਼ ਨੇ ਜਿਹੜੀਆਂ ਆਨਲਾਈਨ ਵੀ ਨੇ, ਆਫਲਾਈਨ ਵੀ ਨੇ, ਜਿਨ੍ਹਾਂ ਦੇ ਨੰਬਰਸ ਵੀ ਸਾਰੇ ਕਿਤੇ ਪਏ ਹੋਏ ਆ, ਫੇਸਬੁੱਕ ਤੇ ਪੇਜਸ ਵੀ ਬਹੁਤ ਸਾਰੇ ਨੇ ਤੇ ਉਹ ਹਰ ਜਗ੍ਹਾ ਤੋਂ ਕਿਤੋਂ ਨਾ ਕਿਤੋਂ ਅਰੇਂਜ ਹੋ ਜਾਂਦਾ। ਨਹੀਂ ਤੇ ਫਿਰ ਅਸੀਂ ਆਪਣੇ ਉਹਨੂੰ ਕਹੀਦਾ ਵੀ ਆਪਣੇ ਸੋਸ਼ਲ ਸਰਕਲ 'ਚ ਚੈੱਕ ਕਰ ਲੈ ਵੀ ਜਿੱਥੇ ਤੈਨੂੰ ਕੋਈ ਨਾ ਕੋਈ ਬਲੱਡ ਡੋਨਰਸ ਜਿਹੜੇ ਆ ਉਹ ਮਿਲ ਜਾਣਗੇ। ਡਾਕਟਰ ਸਾਹਿਬ, ਇੱਥੇ ਇੱਕ ਸਥਿਤੀ ਸਾਨੂੰ ਹੋਰ ਤੁਸੀਂ ਸਪਸ਼ਟ ਕਰਨੀ ਹੈਗੀ ਹੈ ਵੀ ਜਿਹੜਾ ਵੀ ਪੇਸ਼ੈਂਟ ਤੁਹਾਡੇ ਹਸਪੀਟਲ 'ਚ ਐਡਮਿਟ ਹੈਗਾ, ਜਦੋਂ ਵੀ ਉਹ ਮਤਲਬ ਬਲੱਡ ਦੀ ਉਹਨੂੰ ਲੋੜ ਪੈਂਦੀ ਹੈ, ਤੁਸੀਂ ਇਹ ਡਿਮਾਂਡ ਕਰਦੇ ਹੋ ਵੀ ਆਪ ਦਾ ਕੋਈ ਰਿਲੇਟਿਵ ਲੈ ਕੇ ਆਓ, ਪਹਿਲਾਂ ਉਹਦਾ ਬਲੱਡ ਲਵਾਂਗੇ ਤੇ ਫਿਰ ਤੁਹਾਨੂੰ ਦੇਵਾਂਗੇ? ਦੇਖੋ ਜੀ, ਹੁਣ ਜੇ ਤਾਂ ਵੋਲੰਟਰੀ ਡੋਨੇਸ਼ਨ ਬਹੁਤ ਅੱਛੀ ਚੱਲਦੀ ਰਵੇ ਫਿਰ ਤਾਂ ਅਸੀਂ ਨਹੀਂ ਡਿਮਾਂਡ ਕਰਦੇ, ਪਰ ਜਦੋਂ ਵੋਲੰਟਰੀ ਡੋਨੇਸ਼ਨ ਨਹੀਂ ਹੈ ਉਦੋਂ ਸਾਨੂੰ ਲੈਣਾ ਪੈਂਦਾ ਹੈ, ਕਿਉਂਕਿ ਦੋ ਤਰ੍ਹਾਂ ਦੀਆਂ ਡੋਨੇਸ਼ਨ ਹੁੰਦੇ, ਇੱਕ ਵੋਲੰਟਰੀ ਡੋਨੇਸ਼ਨ ਜਿਹੜੇ ਆਪਣੀ ਮਰਜ਼ੀ ਨਾਲ ਦਿੰਦੇ ਹੈ, ਠੀਕ ਹੈ, ਇੱਕ ਹੁੰਦੀ ਰਿਪਲੇਸਮੈਂਟ ਜਿਹੜੇ ਕਿ ਆਪਣੇ ਮਰੀਜ਼ ਦੇ ਲਈ ਦਿੰਦੇ ਆ, ਠੀਕ ਹੈ। ਵੋਲੰਟਰੀ ਡੋਨੇਸ਼ਨ ਇਜ਼ ਸੇਫ ਕਿਉਂਕਿ ਬੰਦਾ ਆਪਣੇ ਦਿਲ ਨਾਲ ਦੇ ਰਿਹਾ, ਉਹ ਕੋਈ ਬਿਮਾਰੀ ਨੂੰ ਲੁਕਾਊਗਾ ਨਹੀਂ। ਪਰ ਜਿਹੜਾ ਰਿਪਲੇਸਮੈਂਟ ਬੰਦਾ ਉਹਨੂੰ ਇਹ ਫਿਕਰ ਹੋਏਗਾ ਕਿ ਮੇਰਾ ਜੇ ਮੈਂ ਬਲੱਡ ਨਾ ਦਿੱਤਾ ਇਸ ਲਈ ਮੇਰਾ ਭੈਣ ਜਾਂ ਮੇਰਾ ਬ੍ਰਦਰ ਜਾਂ ਮੇਰੀ ਮਾਂ ਜਾਂ ਪਿਓ ਮਰ ਨਾ ਜਾਏ, ਠੀਕ ਹੈ। ਉਹਦੇ ਮਨ 'ਚ ਵਹਿਮ ਹੁੰਦਾ ਜੇ ਉਹਨੂੰ ਸ਼ੂਗਰ ਹੋਊਗੀ, ਬਲੱਡ ਪ੍ਰੈਸ਼ਰ, ਹਾਰਟ ਡਿਜ਼ੀਜ਼, ਉਹ ਦੱਸਣਗੇ ਨਹੀਂ। ਬਿਲਕੁਲ ਠੀਕ, ਤੁਸੀਂ ਡਾਕਟਰ ਸਾਹਿਬ ਦੱਸਣਗੇ ਨਹੀਂ, ਫਿਰ ਉਹ ਅਨਸੇਫ ਬਲੱਡ ਹੋ ਜਾਊਗਾ। ਸੋ ਸਾਡੀ ਇਸ ਕਰਕੇ ਮੈਮ ਜਿਹੜੀ ਹੈ ਨਾ ਉਹ ਇਹੀ ਹੈ ਕਿ ਅਸੀਂ ਟੋਟਲੀ ਵੋਲੰਟਰੀ ਬਲੱਡ ਡੋਨੇਸ਼ਨ ਕਰਾਈਏ। ਨਿਮਾਣਾ ਸਾਹਿਬ, ਇੱਕ ਸਾਡੇ ਜ਼ਿਹਨ 'ਚ ਇਹ ਵੀ ਸਵਾਲ ਆ ਰਿਹਾ ਹੈ, ਅਸੀਂ ਆਮ ਅਕਸਰ ਦੇਖਦੇ ਹਾਂ ਵੀ ਕੁਝ ਲੋਕ ਤੁਹਾਡੇ ਕੋਲੋਂ ਬਲੱਡ ਜਿਨ੍ਹਾਂ ਨੂੰ ਲੋੜ ਹੁੰਦਾ ਹੈ ਉਹ ਤੁਹਾਡੀ ਪਰਚੀ ਲੈ ਜਾਂਦੇ ਨੇ ਐਨਜੀਓਜ਼ ਦੀ, ਉਹ ਲਿਜਾ ਕੇ ਜਦੋਂ ਕਿਸੇ ਵੀ ਹਸਪੀਟਲ ਦੇ ਡਾਕਟਰ ਸਾਹਿਬ ਨੂੰ ਜਦੋਂ ਦਿੰਦੇ ਨੇ ਵੀ ਭਾਈ ਸਾਨੂੰ ਲੋੜ ਹੈ ਬਲੱਡ ਦੀ, ਡਾਕਟਰ ਸਾਹਿਬ ਉਹਨੂੰ ਫੌਰਨ ਬਲੱਡ ਦੇ ਦਿੰਦੇ ਨੇ। ਤੇ ਪਰ ਜਦੋਂ ਬਲੱਡ ਦਿੰਦੇ ਨੇ ਨਾਲ ਇੱਕ ਕੰਡੀਸ਼ਨ ਲਗਾ ਦਿੰਦੇ ਨੇ, ਇੱਕ ਡੋਨਰ ਹੋਰ ਲੈ ਕੇ ਆਓ ਜੀ।
ਇੱਕ ਗੱਲ ਸਾਨੂੰ ਕੁਝ ਜਚੀ ਨਹੀਂ ਹੈਗੀ ਵੀ ਇੱਕ ਪਾਸੇ ਉਹ ਵਿਚਾਰਾ ਆਪਣੇ ਪੇਸ਼ੈਂਟ ਦੀ ਕੇਅਰ ਕਰੇ ਜਾਂ ਹੁਣ ਡੋਨਰ ਲੱਭੇ। ਖਾਲਸਾ ਜੀ ਤੁਹਾਡਾ ਕੁਐਸਚਨ ਬੜਾ ਵਧੀਆ। ਸੋ ਇੱਥੇ ਮੈਂ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਕਿ ਬਲੱਡ ਜਿਹੜਾ ਜੋ ਸਾਡੇ ਕੋਲ ਰਿਕੁਆਇਰਮੈਂਟ ਲੈ ਕੇ ਆਉਂਦਾ ਇਹ ਪਰਚੀ ਭੇਜਦਾ, ਪਹਿਲਾਂ ਤਾਂ ਅਸੀਂ ਵੈਰੀਫਾਈ ਕਰਦੇ ਕਿ ਬਲੱਡ ਬੈਂਕ 'ਚ ਉਹ ਗਰੁੱਪ ਪਿਆ, ਜੇ ਉਹਨਾਂ ਕੋਲ ਹੋਵੇ ਅਸੀਂ ਪਰਚੀ ਦਿੰਨੇ ਹੀ ਤਾਂ ਆ। ਸਾਡਾ ਜਿਹੜੀ ਸੰਸਥਾ ਭਾਈ ਕਨ੍ਹਈਆ ਜੀ ਮਿਸ਼ਨ ਸੁਸਾਇਟੀ ਹੈ, ਉਹਦਾ ਹੋਣ ਦੇ ਵਿੱਚ ਆਉਣ ਦਾ ਕਾਰਨ ਹੀ ਇਹੀ ਸੀਗਾ ਜੀ ਕਿ ਬਲੱਡ ਦੀ ਜਿਹੜੀ ਹਸਪੀਟਲ ਦੀ ਜਿਹੜੀ ਅਸੀਂ ਗੱਲ ਕੀਤੀ ਕੋਆਪਰੇਟ ਨਹੀਂ ਕਰਦੇ। ਇਹ ਸਰਕਾਰ ਦੀ ਪਾਲਿਸੀਜ਼ ਹੈ, ਹਸਪੀਟਲ ਦੀ ਪਾਲਿਸੀਜ਼ ਹੈ ਕਿ ਬਲੱਡ ਬਦਲੇ ਬਲੱਡ ਦੇਣਗੇ ਤਾਂ ਉਹ ਦੇਣਗੇ, ਕਿਉਂਕਿ ਬਲੱਡ ਅੱਗੇ ਵੀ ਦੱਸਿਆ ਕਿ ਇਹਦਾ ਕੋਈ ਅਲਟੀਮੇਟਰ ਨਹੀਂ, ਅਗਰ ਇਹ ਬਲੱਡ ਬੈਂਕ 'ਚੋਂ ਬਲੱਡ ਦੇ ਦੇਣਗੇ। ਨਹੀਂ ਨਿਮਾਣਾ ਸਾਹਿਬ, ਮੈਂ ਇੱਥੇ ਗੱਲ ਫੇਰ ਉੱਥੇ ਆ ਰਿਹਾ ਵੀ ਤੁਸੀਂ ਗੱਲ ਬੜੀ ਵਧੀਆ ਕਹੀ ਹੈ ਵੀ ਬਲੱਡ ਦੇ ਬਦਲੇ ਬਲੱਡ ਦੇਣਗੇ, ਪਰ ਬਲੱਡ ਦੇਣ ਦੇ ਬਾਵਜੂਦ ਵੀ ਜਦੋਂ ਉਹ ਆਮ ਵਿਅਕਤੀ ਕੋਲੋਂ 4-4 ਹਜ਼ਾਰ 5-5 ਹਜ਼ਾਰ ਰੁਪਈਆ ਪਰ ਬੋਟਲ ਲੈਂਦੇ ਨੇ, ਉੱਥੇ ਇਨਸਾਨੀਅਤ ਕਿੱਥੇ ਜਾਂਦੀ ਹੈ? ਉਹਦੇ ਬਾਰੇ ਨਾ ਹਸਪੀਟਲ ਵਾਲੇ ਕੁਝ ਬੋਲਦੇ ਨੇ, ਨਾ NGOs ਬੋਲਦੀਆਂ ਨੇ, ਉਹ ਵਿਚਾਰਾ ਬੰਦਾ ਤੇ ਲਤਾੜਿਆ ਜਾਂਦਾ ਉਸ ਵੇਲੇ। ਖਾਲਸਾ ਜੀ ਬਿਲਕੁਲ ਜੀ, ਮੈਂ ਹਮੇਸ਼ਾ ਦਾ ਵਿਰੋਧ ਕਰਦਾ, ਖੁੱਲ੍ਹ ਕੇ ਬੋਲਦਾ। ਸਾਡੀ ਸੰਸਥਾ ਹੋਣ ਦਾ ਕਾਰਨ ਆਉਣ ਦਾ ਕਾਰਨ ਹੀ ਇਹੀ ਹੈ, ਗੁਰੂ ਸਾਹਿਬ ਨੇ ਸਾਨੂੰ ਭੇਜਿਆ ਸੰਸਾਰ ਤੇ, ਡਿਊਟੀ ਲੱਗੀ ਸਾਡੀ ਮਾਨਵਤਾ ਦੀ ਸੇਵਾ ਲਈ। ਔਰ ਸਾਡਾ ਬਲੱਡ ਬੈਂਕਸ ਦੇ ਜਿਹੜੇ ਤੁਸੀਂ ਰੇਟਸ ਦੀ ਗੱਲ ਕੀਤੀ, ਕੁਛ ਛੋਟੇ-ਮੋਟੇ ਹਸਪੀਟਲਸ ਹੈਗੇ ਆ ਪ੍ਰਾਈਵੇਟ ਜਿਹੜੇ ਕੰਮ ਕਰਦੇ ਆ, ਬਟ ਅੱਜ ਇਹ ਗੱਲ ਨਹੀਂ ਹੈਗੀ। ਅਸੀਂ ਇਹਦੀ ਬਲੈਕ ਬਿਲਕੁਲ ਖਤਮ ਕਰਤੀ ਹੋਈ ਹੈ ਔਰ ਸਾਡੀ ਸੰਸਥਾ 24 ਘੰਟੇ ਨਿਸ਼ਕਾਮ ਸੇਵਾ ਕਰ ਰਹੀ ਹੈ। ਨਹੀਂ ਤੁਸੀਂ ਇੱਥੇ ਸਮਝਦੇ ਹੋ ਵੀ ਬਲੈਕ ਬੰਦ ਹੋ ਗਈ ਹੈ? ਤੁਸੀਂ ਹੁਣੇ ਆਪਣਾ ਸ਼ਬਦ ਕਿਹਾ ਵੀ ਬਲੈਕ ਬੰਦ ਹੋ ਗਈ ਹੈ। ਬਿਲਕੁਲ, ਮੈਂ ਆਪਣੇ ਸ਼ਬਦ ਦੁਬਾਰਾ ਰਿਪੀਟ ਕਰਦਾ, ਬਲੈਕ ਤੇ ਕੰਟਰੋਲ ਹੈ। ਬਟ ਜਿਹੜੇ ਸਾਡੇ ਕੋਲ ਅੱਜ ਅਸੀਂ ਇੰਨੀ ਅਵੇਅਰਨੈਸ ਲਿਆਂਦੀ ਪੰਜਾਬ ਦੇ ਵਿੱਚ, ਬਹੁਤ ਸਾਰੀਆਂ NGOs ਆ ਗਈਆਂ ਜਿਹਦਾ ਕਰਕੇ ਅੱਜ ਬਲੱਡ ਬੈਂਕਸ ਤੇ ਕੰਟਰੋਲ ਹੈ ਔਰ ਜਿਹੜੇ ਸਾਡੇ ਕੋਲ ਨਹੀਂ ਪਹੁੰਚ ਪਾਉਂਦੇ ਉਹਨਾਂ ਨਾਲ ਅੱਜ ਵੀ ਹੁੰਦੀ ਹੈ ਜੀ। ਸੋ ਡਾਕਟਰ ਸਾਹਿਬ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਵੀ ਜੋ ਇਹਨਾਂ ਨੇ ਅਲਫਾਜ਼ ਕਹੇ ਨੇ ਵੀ ਬਲੈਕ ਸ਼ਬਦ, ਵੀ ਬਲੱਡ ਦੀ ਬਲੈਕ ਹੁੰਦੀ ਹੈ, ਇਹ ਆਮ ਲੋਕਾਂ ਵਾਸਤੇ ਬੜੀ ਇੱਕ ਸ਼ਰਮਨਾਕ ਗੱਲ ਹੈ ਵੀ ਬਲੱਡ ਦੀ ਵੀ ਬਲੈਕ ਹੋ ਰਹੀ ਹੈ। ਉਹ ਤੁਸੀਂ ਤਾਂ ਖਾਸ ਕਰਕੇ ਬਲੱਡ ਬੈਂਕ ਦੇ ਇੰਚਾਰਜ ਹੈਗੇ ਹੋ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਸ ਗੱਲ ਨਾਲ ਮੈਂ ਥੋੜੀ ਨਿਮਾਣਾ ਸਾਹਿਬ ਜੀ ਦੇ ਸਹਿਮਤ ਨਹੀਂ ਆ। ਕੰਟਰੋਲ ਤਾਂ ਇੱਕ ਜਿਹੜਾ ਡਾਕਟਰ ਹੈ ਉਹ ਕਰ ਸਕਦਾ ਹੈ। ਹੋ ਸਕਦਾ ਕਿ ਮੇਰੇ ਸਟਾਫ ਦੇ 50 ਬੰਦੇ ਹੈ, ਕਿਸੇ ਬੰਦੇ ਨੂੰ 500 ਰੁਪਇਆ ਜਾਂ 1000 ਰੁਪਇਆ ਦੇ ਦੇ ਕਿ ਤੂੰ ਮੈਨੂੰ ਬਲੱਡ ਦੇ ਦੇ, ਉਹ NGOs ਨੂੰ ਨਹੀਂ ਪਤਾ ਲੱਗਣਾ, ਉਹ ਇੱਕ ਹੈਡ ਨੂੰ ਹੀ ਪਤਾ ਲੱਗ ਸਕਦਾ ਹੈ from the resources that ki whether blood is going without money or with money. Without money आजकल blood 100% it is deleted. I am sure कोई blood ਅਸੀਂ मतलब on payment नहीं ਦਿੰਦੇ। ਜਿਹੜੇ blood ਦੇ ਤੁਸੀਂ ਚਾਰजेस ਦੀ ਗੱਲ ਕਰ ਰਹੇ ਹੋ ਨਾ 5-6 ਹਜ਼ਾਰ ਇੰਨੇ ਨਹੀਂ ਨੇ, ਬਿਲਕੁਲ ਵੀ ਨਹੀਂ ਹੈ। ਅਸੀਂ ਉਹਨੇ ਚਾਰजेस ਲੈਣੇ ਆ ਜਿਹਦੇ ਨਾਲ ਅਸੀਂ ਸੇਫ blood ਦੇ ਸਕੀਏ। ਨਹੀਂ ਇਹਦੇ ਵਿੱਚ ਡਾਕਟਰ ਸਾਹਿਬ ਸਾਨੂੰ ਇਹ ਵੀ ਥੋੜਾ ਜਿਹਾ ਇਹਦੇ ਐਕਸਪਲੇਨ ਕਰੋ ਵੀ ਸੇਫ ਬਲੱਡ ਕਿਹੜਾ ਹੁੰਦਾ ਹੈ? ਦੇਖੋ ਜੀ, ਸੇਫ ਬਲੱਡ ਹੁਣ ਜਿਵੇਂ ਪਹਿਲਾਂ ਤੋਂ ਇਹਨਾਂ ਨੇ ਗੱਲ ਕੀਤੀ ਕਿ ਨਸ਼ੇੜੀ ਬੰਦੇ ਨੇ ਜਾਂ ਨਸ਼ਾ ਕਰਦੇ ਆ, ਉਹਨਾਂ ਦੇ ਅਸੀਂ ਟੈਸਟ ਕਰਦੇ ਆ। ਜਿਹੜੇ ਗਵਰਨਮੈਂਟ ਨੇ 5 ਟੈਸਟ ਨੈਸੈਸਰੀ ਕੀਤੇ ਹੈ, HCV, HIV, HBS ਐਂਟੀਜਨ, ਸਿਫਿਲਿਸ ਤੇ ਮਲੇਰੀਆ। ਹੁਣ ਇਹ ਜਿਹੜੀਆਂ ਬਿਮਾਰੀਆਂ ਇਹ ਇੱਕ ਬਲੱਡ ਤੋਂ ਦੂਜੇ ਬਲੱਡ ਦੇ ਅੰਦਰ ਜਾਂਦੀਆਂ ਨੇ, ਸੋ ਅਸੀਂ ਇਹਨਾਂ ਨੂੰ ਟੈਸਟ ਕਰਦੇ ਆ। ਹੁਣ ਇੱਕ ਇੱਥੇ ਗੱਲ ਮੈਂ ਬਹੁਤ ਅੱਛੀ ਕਹਾਂਗੀ, ਜਿਹੜਾ DMC ਹੈ ਇਹ ਹਮੇਸ਼ਾ ਕੁਆਲਿਟੀ ਤੇ ਭਰੋਸੇ ਰਹਿੰਦਾ ਹੈ। ਅਸੀਂ ਸਭ ਤੋਂ ਵੱਡੀ ਮਸ਼ੀਨ ਹੈ NAT, ਜਿਹਦੇ ਨਾਲ ਨਿਊਕਲਿਕ ਐਸਿਡ ਟੈਸਟ ਕੀ ਅਸੀਂ ਉਹਦਾ ਫਟਾਫਟ ਪਕੜ ਲੈਂਦੇ ਆ ਕਿ ਇਹਦੇ 'ਚ ਹੈਪੇਟਾਈਟਸ C ਪਿਆ ਹੈ, B ਪਿਆ ਹੈ, HIV ਪਿਆ ਹੈ। ਸੋ ਇਹਨਾਂ ਚੀਜ਼ਾਂ ਨੂੰ ਮੱਦੇ ਰੱਖ ਕੇ ਮੈਂ ਪ੍ਰਾਊਡ ਨਾਲ ਕਹਿ ਸਕਦੀ ਹਾਂ ਕਿ ਜਿਹੜਾ ਇੱਕ ਦਿਆਨੰਦ ਹੈ ਨਾ ਉਹ ਇੱਕ ਸੇਫ ਬਲੱਡ ਦੇ ਰਿਹਾ ਹੈ। ਅੱਛਾ, ਬਾਕੀ ਦੇ ਜਿਹੜੇ ਹਸਪੀਟਲਸ ਨੇ, ਚਲੋ ਆਪਾਂ ਕਿਸੇ ਨੂੰ ਕਿੰਤੂ ਪਰੰਤੂ ਨਹੀਂ ਕਰਦੇ, ਨਾਵਾਂ ਦੇ ਵਿੱਚ ਜਾਂਦੇ ਵੀ ਕੀ ਉਹਨਾਂ ਕੋਲੋਂ ਉਹ ਮਸ਼ੀਨ ਜਾਂ ਉਹ ਇਕਵਿਪਮੈਂਟਸ ਨਹੀਂ ਹੈ ਜਿਹਦੇ ਨਾਲ ਇਹ ਸੇਫ ਬਲੱਡ ਤਿਆਰ ਹੋ ਸਕੇ? ਦੇਖੋ ਜੀ, ਇਹ ਖਰਚਾ ਬਹੁਤ ਹੁੰਦਾ ਮਸ਼ੀਨਾਂ ਦਾ। ਸਟੇਟ ਟੂ ਆਰਟ ਸਾਡਾ ਬਲੱਡ ਬੈਂਕ ਹੈ। ਸੋ ਡਾਕਟਰ ਸਾਹਿਬ ਤੁਸੀਂ ਬੜੀ ਅੱਛੀ ਗੱਲ ਕਹੀ ਹੈ ਵੀ ਤੁਸੀਂ ਤੁਹਾਡੀ ਜਿਹੜੀ ਸੰਸਥਾ ਹੈਗੀ ਇੱਕ ਨਾਮੀ ਸੰਸਥਾ ਹੈਗੀ ਹੈ ਪੰਜਾਬ ਦੀ, ਪਰ ਬਾਕੀ ਪੰਜਾਬ ਦੇ ਵਿੱਚ ਵੀ ਅੱਛੇ ਹਸਪੀਟਲ ਨੇ। ਪਰ ਇੱਥੇ ਇੱਕ ਗੱਲ ਇਹ ਵੀ ਸ਼ਿੱਦਤ ਨਾਲ ਆਮ ਦਰਸ਼ਕ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਇੱਕ ਇਨਸਾਨ ਮਹਿਸੂਸ ਕਰਦਾ ਹੈ ਕਿ ਬਾਕੀ ਹਸਪੀਟਲ ਦੇ ਜੋ ਰੇਟਸ ਨੇ ਉਹਦੇ ਮੁਕਾਬਲੇ ਤੁਹਾਡੀ ਸੰਸਥਾ ਦੇ ਜੋ ਰੇਟ ਨੇ ਉਹ ਡਿਫਰੈਂਟ ਨੇ। ਇਹਦਾ ਕੀ ਕਾਰਨ ਹੈ? ਇਹਦਾ ਕਾਰਨ ਹੈ ਕਿ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਦਿੱਤਾ ਕਿ ਅਸੀਂ ਨਿਊਕਲਿਕ ਐਸਿਡ ਟੈਸਟ ਕਰਦੇ ਹਾਂ, ਜਿਹਦੇ ਨਾਲ ਅਸੀਂ ਐਂਟੀਜਨ ਵੀ ਫੜ ਲੈਂਦੇ ਹਾਂ। ਠੀਕ ਹੈ, ਐਂਟੀਬਾਡੀ ਬਣਨ ਹੀ ਨਹੀਂ। ਪਰ ਇਹ ਮਨੁੱਖਤਾ ਦਾ ਭਲਾਈ ਦਾ ਕਾਰਜ ਹੈ ਤੇ ਤੁਸੀਂ ਫਿਰ ਵੀ ਉਹਦੇ ਵਿੱਚ ਰੇਟਸ ਦਾ ਥੋੜਾ ਡਿਫਰੈਂਟ ਰੱਖਿਆ ਹੋਇਆ ਹੈ। ਦੇਖੋ ਜੀ, ਜੇ ਬਲੱਡ ਦੇਣਾ ਤੇ ਉਹਨੂੰ ਡਿਜ਼ੀਜ਼ ਵੀ ਨਾਲ ਦੇਣੀ। ਰੱਬ ਨੇ ਤਾਂ ਵਿਚਾਰੇ ਨੇ ਮਾਰਿਆ ਉਹਨੂੰ ਥੈਲੇਸੀਮੀਆ ਨਾਲ। ਠੀਕ ਹੈ,
ਤੁਸੀਂ ਉਹਨੂੰ ਹੈਪੇਟਾਈਟਸ ਸੀ ਦੇ ਦਿਓ, HIV ਦੇ ਦਿਓ। ਸੋ ਇਹ ਮੇਰੇ ਦਿਲ ਨੂੰ ਗੱਲ, ਮੈਂ ਮਤਲਬ ਰੋਣ ਹੱਕੀ ਹੋ ਜਾਊਂਗੀ ਜੇ ਮੈਂ ਕਿਸੇ ਨੂੰ ਇਹ ਰਿਪੋਰਟ ਆ ਜਾਏ ਕਿ ਇਹਨੂੰ ਬਲੱਡ ਦੇਣ ਨਾਲ ਹੈਪੇਟਾਈਟਸ ਸੀ ਹੋ ਗਿਆ। ਤੁਸੀਂ ਤਾਂ ਕਰਤੀ ਉਹਦੀ ਲਾਈਫ ਖਰਾਬ ਨਾ। ਸੋ ਇਸ ਕਰਕੇ ਇਹ ਬਹੁਤ ਇੰਪੋਰਟੈਂਟ ਹੈ ਕਿ ਅਸੀਂ ਡਿਜ਼ੀਜ਼ ਫ੍ਰੀ ਬਲੱਡ ਦਈਏ। ਸੋ ਨਿਮਾਣਾ ਸਾਹਿਬ, ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਦੁਬਾਰਾ। ਤੁਸੀਂ ਹੁਣ ਕਹਿ ਰਹੇ ਵੀ ਮੈਨੂੰ ਸਾਰਾ ਪਤਾ ਹੁੰਦਾ ਜੀ ਵੀ ਇੱਥੇ ਇੰਨੀ ਚੀਜ਼ ਹੈ, ਇੰਨਾ ਬਲੱਡ ਪਿਆ, ਇੱਥੇ ਇਹ ਯੂਨਿਟ ਪਿਆ, A ਗਰੁੱਪ ਪਿਆ, B ਗਰੁੱਪ ਪਿਆ। ਬਿਲਕੁਲ ਸਾਨੂੰ ਪਤਾ, ਪੂਰਾ ਸਾਡਾ ਟਾਈ ਅਪ ਹੈ। ਦੇਖੋ ਮੇਰੇ ਕੋਲ ਬਲੱਡ ਲੈਣ ਆਉਂਦਾ ਤੇ ਮੈਂ ਉਹਨੂੰ ਬਲੱਡ ਬੈਂਕ ਤੋਂ ਚੈੱਕ ਕਰਕੇ ਹੀ ਉਹਨੂੰ ਭੇਜਦਾ ਤਾਂ ਕਿ ਉਹਨੂੰ ਪਰੇਸ਼ਾਨੀ ਨਾ ਹੋਵੇ, ਜਾਂਦਾ ਈਜ਼ੀਲੀ ਬਲੱਡ। ਤੁਸੀਂ ਕਿੱਥੇ ਭੇਜਦੇ ਹੋ ਉਹਨੂੰ? ਇੰਡੀਅਨ ਰੈੱਡ ਕਰਾਸ ਸੁਸਾਇਟੀ 'ਚ ਭੇਜਦੇ ਹੋ ਜਾਂ ਕਿਸੇ ਪ੍ਰਾਈਵੇਟ ਹਸਪੀਟਲ 'ਚ ਭੇਜਦੇ ਹੋ? ਉਹਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ, ਜਿਵੇਂ DMC ਸਾਡੇ ਕੋਲ ਬੈਠੀ ਹੈ ਡਾਕਟਰ ਸਾਹਿਬ ਅਮਰਜੀਤ ਕੌਰ ਜੀ, ਇਹ ਇਸ ਤਰ੍ਹਾਂ CMC ਹੈ, ਅਪੋਲੋ ਹੈ, ਫੋਰਟਿਸ ਹੈ, ਇਹਨਾਂ ਦੀ ਪਾਲਿਸੀਜ਼ ਹੈ ਕਿ ਇਹਨਾਂ ਨੇ ਆਪਣੇ ਬਲੱਡ ਬੈਂਕ ਦੇ ਅੰਦਰੋਂ ਹੀ ਬਲੱਡ ਦੇਣਾ, ਬਾਹਰਲਾ ਇਹਨਾਂ ਨੇ ਐਕਸੈਪਟ ਨਹੀਂ ਕਰਨਾ। ਜਿਹਦੇ ਕਰਕੇ ਜੇ DMC ਦਾ ਪੇਸ਼ੈਂਟ ਹੈ, ਅਪੋਲੋ ਦਾ, ਉਹਨਾਂ ਨੂੰ ਉੱਥੇ ਹੀ ਭੇਜ ਦਈਦਾ। ਜੇ ਉਹਨਾਂ ਕੋਲ ਹੈਗਾ ਤਾਂ ਇਹਨਾਂ ਕੋਲ ਅੰਦਰੋਂ ਟਾਈਪ ਕਰਕੇ ਲੈ ਦਈਦਾ, ਨਹੀਂ ਹੈਗਾ ਇਹਨਾਂ ਕੋਲ ਗਰੁੱਪ ਕਈ ਵਾਰੀ ਨਹੀਂ ਹੁੰਦਾ ਉਹ ਵਾਲਾ, ਤਾਂ ਫਿਰ ਅਸੀਂ ਆਪਣਾ ਡੋਨਰ ਭੇਜਦੇ ਹਾਂ ਇਹਨਾਂ ਕੋਲੇ ਤੇ ਉਹਦੀ ਹੈਲਪ ਹੋ ਜਾਂਦੀ ਹੈ। ਬਾਕੀ ਅਦਰ ਜਿੰਨੇ ਵੀ ਹਜ਼ਾਰਾਂ ਹਸਪੀਟਲ ਨੇ ਲੁਧਿਆਣਾ ਸ਼ਹਿਰ ਦੇ ਵਿੱਚ, ਉਹਨਾਂ ਨੂੰ ਅਸੀਂ 8-10 ਬਲੱਡ ਬੈਂਕ ਪ੍ਰਾਈਵੇਟ ਨੇ, ਛੋਟੇ ਚੈਰੀਟੇਬਲ ਨੇ, ਅਸੀਂ ਉਹਨਾਂ ਤੋਂ ਈਜ਼ੀਲੀ ਲੈ ਦਿੰਦੇ ਹਾਂ। ਸਾਨੂੰ ਪਤਾ ਉੱਥੇ ਕੀ ਸਟਾਕ ਹੈ, ਟਾਈਪ ਕਰਕੇ ਉਹਨਾਂ ਲੈ ਦਿੰਦੇ। ਉਹਨਾਂ ਕੋਲ ਤੁਸੀਂ ਪੇਮੈਂਟ ਵੀ ਲੈਂਦੇ ਹੋ? ਬਿਲਕੁਲ ਨਹੀਂ। ਤੇ ਆਮ ਬੰਦਾ ਕਹਿੰਦਾ ਜੀ ਜਦੋਂ ਮੈਂ ਉਹਨਾਂ ਕੋਲ ਬਲੱਡ ਲੈਣ ਜਾਂਦਾ ਵਾਂ ਤੇ ਉਹ ਸਾਡੇ ਕੋਲੋਂ ਕੁਝ ਚਾਰजेस ਮੰਗਦੇ ਨੇ। ਬਿਲਕੁਲ, ਉਹ ਚਾਰजेस ਬਲੱਡ ਬੈਂਕ ਲੈਂਦਾ। ਸਾਡੀ ਸੇਵਾ ਨਿਸ਼ਕਾਮ ਤੇ ਨਿਸਵਾਰਥ ਹੈ, ਸਾਡੀ ਕੋਈ ਫੀਸ ਮਤਲਬ ਤੁਹਾਡਾ ਕਹਿਣ ਦਾ ਬਾਬਾ ਵੀ ਸੁਸਾਇਟੀ ਉਹਦੇ ਕੋਲੋਂ ਕੋਈ 1 ਰੁਪਈਆ ਨਹੀਂ ਲੈਂਦੀ? ਬਿਲਕੁਲ ਨਹੀਂ ਲੈਂਦੀ। ਤੇ ਉਹ ਜਿਹੜੀ ਫਿਰ ਅੱਗੋਂ ਪੇਮੈਂਟ ਹੈ ਉਹ ਸੰਸਥਾ ਜਾਂ ਬਲੱਡ ਬੈਂਕ ਲੈਂਦਾ? ਬਿਲਕੁਲ, ਬਲੱਡ ਬੈਂਕ ਦੇ ਸਰਕਾਰ ਨੇ 1450 ਰੁਪਏ ਰੇਟ ਤੈਅ ਕੀਤਾ ਹੋਇਆ ਹਰ ਹਸਪੀਟਲ ਲਈ, ਔਰ ਉਹਦੇ ਵਿੱਚ ਜਿਹੜੇ ਚੈਰੀਟੇਬਲ ਹਸਪੀਟਲ ਨੇ ਉਹਨਾਂ ਨੇ ਕੋਈ 1500 ਲੈਂਦਾ, 1450 ਲੈਂਦਾ, ਬਟ ਬਲੱਡ ਲੈ ਕੇ। ਔਰ ਸਾਡੀ ਸੰਸਥਾ ਰਾਹੀਂ ਛੋਟੇ ਜਿੰਨੇ ਚੈਰੀਟੇਬਲ ਹਸਪੀਟਲ ਨੇ, ਹਜ਼ਾਰਾਂ ਹਸਪੀਟਲ ਨੂੰ ਅਸੀਂ 1200 ਰੁਪਏ 'ਚ ਲੈ ਕੇ ਦਿੰਦੇ ਹਾਂ। ਔਰ ਜਿੱਥੇ ਜਿਹੜਾ ਸਿਵਲ ਹਸਪੀਟਲ ਹੈ ਉਹਦਾ ਰੇਟ, ਸਰਕਾਰੀ ਹਸਪੀਟਲ ਸਿਵਲ ਪੂਰੇ ਪੰਜਾਬ ਦੇ ਵਿੱਚ ਬਲੱਡ ਫ੍ਰੀ ਹੈ। ਅਗਰ ਸਿਵਲ ਤੋਂ ਅਸੀਂ ਪ੍ਰਾਈਵੇਟ 'ਚ ਲੈ ਕੇ ਦੇਣਾ ਤਾਂ 1000 ਰੁਪਏ ਲੈਂਦੇ ਆ। ਇਸੇ ਤਰ੍ਹਾਂ ਹੀ ਰੈੱਡ ਕਰਾਸ 500 ਰੁਪਏ ਲੈਂਦਾ। ਸੋ ਗੁਰਸਾਹਿਬ ਸਿੰਘ ਜੀ, ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਚਾਹੁੰਦਾ ਹਾਂ ਵੀ ਜੋ ਇਹ ਵਰਤਾਰਾ ਹੋ ਰਿਹਾ ਸਮਾਜ ਦੇ ਵਿੱਚ, ਬਲੱਡ ਦੇ ਨਾਂ ਤੇ ਦੁਕਾਨਦਾਰੀਆਂ ਚੱਲ ਪਈਆਂ ਨੇ, ਕਈ ਤਰ੍ਹਾਂ ਦੇ ਏਜੰਟ ਵੀ ਮਾਰਕੀਟ ਦੇ ਵਿੱਚ ਆ ਗਏ ਨੇ, ਉਹ ਜੋ ਕਿ ਵੱਡੇ ਨਾਮੀ ਸੰਸਥਾਵਾਂ ਦਾ ਨਾਮ ਵੀ ਬਦਨਾਮ ਕਰ ਰਹੇ ਨੇ ਤੇ NGOs ਦਾ ਨਾਮ ਵੀ ਬਦਨਾਮ ਕਰ ਰਹੇ ਨੇ। ਇਸ ਸੰਬੰਧੀ ਤੁਹਾਡਾ ਕੀ ਵਿਚਾਰ ਹੈ? ਮੈਂ ਮੰਨਦਾ ਜੀ ਇਹਦੇ ਵਿੱਚ ਇਹ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਜਿਹੜੀ ਅਸੀਂ ਕਹਿੰਦੇ ਨਾ ਵੀ ਲੋਕ ਇੱਕ ਅਵੇਅਰਨੈਸ ਦੀ ਵੀ ਘਾਟ ਹੈ ਤੇ ਲੋਕਾਂ ਨੂੰ ਇੱਕ ਇਹ ਵੀ ਡਰ ਵੀ ਹੈ। ਤੇ ਤੀਸਰੀ ਗੱਲ ਇਹ ਵੀ ਐਸਪੈਕਟ ਨਾਲ ਹੀ ਜੁੜਦਾ, ਲੋਕਾਂ ਦੇ ਭਾਜੀ ਤੁਸੀਂ ਤਾਂ ਲੈ ਕੇ ਵੇਚ ਦੇਣਾ, ਅਸੀਂ ਤਾਂ ਜੀ ਡਾਇਰੈਕਟ ਪੇਸ਼ੈਂਟ ਨੂੰ ਜਾ ਕੇ ਦੇਵਾਂਗੇ। ਜਦੋਂ ਅਗਲਾ ਪੇਸ਼ੈਂਟ ਨੂੰ ਦੇਣ ਜਾਂਦਾ, ਅਗਲਾ ਕਹਿੰਦਾ ਭਾਜੀ ਮੇਰੇ ਹੀ ਬਲੱਡ ਚੜਦਾ ਪਿਆ, ਫਿਰ ਤੁਸੀਂ ਪੈਸੇ ਕਿਸ ਗੱਲ ਦੇ ਲੈ ਰਹੇ ਹੋ? ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਇੱਕ ਗੈਪ ਹੈ, ਉਹ ਡਿਫਰੈਂਸ ਹੈ। ਉਹ ਜਿਹੜਾ ਹੈਗਾ ਹਸਪੀਟਲਸ ਨੂੰ ਤੇ NGOs ਨੂੰ ਅਵੇਅਰ ਕਰਨਾ ਚਾਹੀਦਾ ਵੀ ਯਾਰ ਉਹ ਜਿਹੜੇ ਪੈਸੇ ਆ ਉਹ ਬੇਸਿਕਲੀ ਤੁਹਾਡੇ ਮਰੀਜ਼ ਨੂੰ ਖੂਨ ਜਦੋਂ ਚੜਨ ਲੱਗਿਆ ਤਾਂ ਉਹਦੀ ਟੈਸਟਿੰਗ ਫੀਸ ਜੀ। ਸੋ ਡਾਕਟਰ ਸਾਹਿਬ ਬੜੀ ਅੱਛੀ ਗੱਲ ਕਹੀ ਹੈ ਸਾਡੇ ਛੋਟੇ ਵੀਰ ਨੇ ਵੀ ਉਹ ਜਿਹੜਾ ਗੈਪ ਹੈ, ਉਹ ਗੈਪ ਦੂਰੀਆਂ ਵਧਾ ਰਿਹਾ ਹੋਰ। ਤੇ ਜਿਹੜਾ ਅੱਜ ਕੱਲ੍ਹ ਤੰਤਰ ਚੱਲ ਰਿਹਾ ਵਪਾਰੀਕਰਨ ਪੰਜਾਬ ਦੇ ਵਿੱਚ ਬਲੱਡ ਦੇ ਨਾਂ ਤੇ, ਉਹਦੇ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਤਾਂ ਬਹੁਤ ਵੱਡੀ ਗੱਲ ਮੈਂ ਕਹਿਣਾ ਚਾਹੂੰਗੀ, ਅੱਜ ਕੱਲ੍ਹ ਬਲੱਡ ਸ਼ਬਦ ਅਸੀਂ ਨਹੀਂ ਇਸਤੇਮਾਲ ਕਰਦੇ, ਨਾ ਬਲੱਡ ਯੂਜ਼ ਕਰਦੇ ਜੀ। ਕੰਪੋਨੈਂਟਸ ਆ ਗਏ ਅੱਜ ਕੱਲ੍ਹ ਜੀ। ਪੈਕਡ ਰੈਡ ਸੈਲਸ, ਪਲਾਜ਼ਮਾ ਔਰ RDP ਪਲੇਟਲੈਟਸ। ਠੀਕ ਹੈ, ਹੁਣ ਪਲੇਟਲੈਟਸ ਡਿਫਰੈਂਟ ਹੈ, ਪਲਾਜ਼ਮਾ ਦਾ ਡਿਫਰੈਂਟ ਹੈ, ਪੈਕ ਸੈਲ ਦਾ ਅਲੱਗ ਹੈ। ਸਾਡੇ ਵੀ ਬਹੁਤ ਨੋਮੀਨਲ ਚਾਰजेस ਨੇ। ਥੈਲੇਸੀਮੀਆ ਬੱਚਿਆਂ ਨੂੰ ਅਸੀਂ ਆਲਮੋਸਟ ਫ੍ਰੀ ਦਿੰਦੇ ਹਾਂ, ਉਹ ਵੀ ਨੈਟ ਟੈਸਟ ਕਰਨ ਤੋਂ ਬਾਅਦ। ਯੂ ਕੈਨ ਇਮੈਜਿਨ ਕਿ ਕਿੱਥੋਂ ਤੱਕ ਅਸੀਂ ਉਹਨਾਂ ਦੇ ਐਕਸਪੈਂਸਿਸ ਬੀਅਰ ਕਰ ਰਹੇ ਹਾਂ ਜੀ। ਸੋ ਜਿਹੜਾ ਆਹ ਗੈਪ ਦੀ ਗੱਲ ਕਰ ਰਹੇ ਹੈਗੇ ਆ, ਇਹ ਜਿੱਥੋਂ ਤੱਕ ਮੇਰਾ ਵਿਚਾਰ ਹੈ, ਮੈਂ ਨਹੀਂ ਸੋਚਦੀ ਕਿ ਇਹ ਗੈਪ ਹੈ। ਕਿਉਂਕਿ ਜਦੋਂ ਸਪੋਜ਼ ਨਿਮਾਣਾ ਸਾਹਿਬ ਦਾ ਮੈਨੂੰ ਫੋਨ ਆਉਂਦਾ ਹੈ ਵੀ ਮੈਡਮ ਆ ਦੇਖਿਓ ਇਸ ਬਲੱਡ ਗਰੁੱਪ ਦੇ ਵਿੱਚ ਆਹ ਗਰੁੱਪ ਪਿਆ, ਹਾਂਜੀ ਪਿਆ, ਠੀਕ ਹੈ, ਉਸ ਤੋਂ ਬਾਅਦ ਜਿਹੜੇ ਅਸੀਂ ਉਹ ਨਿਮਾਣਾ ਜੀ ਨੂੰ ਨਹੀਂ ਕਹਿਣਾ ਵੀ ਤੁਸੀਂ ਪੈਸੇ ਦਿਓ। ਜਿਸ ਬੰਦੇ ਨੂੰ ਅਸੀਂ ਦੇਵਾਂਗੇ ਗਰੁੱਪ, ਉਹਦੇ ਕੋਲ ਪਰਚੀ ਹੈਗੀ NGO ਦੀ, ਤੇ ਅਸੀਂ ਉਸ ਨੂੰ ਸਿਰਫ ਟੈਸਟਿੰਗ ਫੀਸ ਲਵਾਂਗੇ ਕਿ ਉਹਨੂੰ ਪੈਕ ਸੈਲ ਚਾਹੀਦੇ ਆ, ਕਿ ਉਹਨੂੰ ਪਲੇਟਲੈਟ ਚਾਹੀਦੇ ਆ, ਕਿ ਉਹਨੂੰ ਪਲਾਜ਼ਮਾ ਚਾਹੀਦਾ। ਬਿਲਕੁਲ ਠੀਕ ਗੱਲ ਕਹੀ ਤੁਸੀਂ, ਬਹੁਤ ਅੱਛੇ ਸ਼ਬਦ ਸਾਂਝੇ ਕੀਤੇ ਸਾਡੇ ਦਰਸ਼ਕਾਂ ਨਾਲ ਵੀ ਅਸੀਂ ਉਹਨਾਂ ਕੋਲੋਂ ਉਹ ਚਾਰजेस ਲੈਂਦੇ ਆ ਹਾਂਜੀ ਜਿਹੜੇ ਜਾਇਜ਼ ਨੇ। ਠੀਕ ਹੈ ਜੀ ਡਾਕਟਰ ਸਾਹਿਬ। ਹਾਂਜੀ। ਸੋ ਡਾਕਟਰ ਸਾਹਿਬ, ਇੱਕ ਮੁੱਦਾ ਹੋਰ ਬੜਾ ਪੰਜਾਬ ਦੇ ਵਿੱਚ ਗਰਮ ਹੈ ਇਸ ਵੇਲੇ। ਹਾਂਜੀ। ਬਈ ਇੰਨੀਆਂ NGOs ਬਣ ਗਈਆਂ,
ਹਾਂਜੀ ਇੰਨੀਆਂ ਸੁਸਾਇਟੀਆਂ ਬਣ ਗਈਆਂ, ਜਣਾ ਖਣਾ ਬੰਦਾ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਉਣ ਲੱਗ ਪਿਆ। ਸਰਕਾਰ ਨੇ ਵੀ ਹਦਾਇਤਾਂ ਜਾਰੀ ਕੀਤੀਆਂ ਵੀ ਕੋਈ ਵੀ ਬਲੱਡ ਡੋਨੇਸ਼ਨ ਕੈਂਪ ਲਗਾਉਣ ਤੋਂ ਪਹਿਲਾਂ ਸਰਕਾਰ ਦੀ ਆਗਿਆ ਲੈਣੀ ਸਿਵਲ ਹਸਪੀਟਲ ਤੋਂ ਜਾਂ ਸਿਵਲ ਸਰਜਨ ਤੋਂ ਲੈਣੀ ਬੜੀ ਜ਼ਰੂਰੀ ਹੈ। ਪਰ ਅਸੀਂ ਦੇਖ ਰਹੇ ਹਾਂ ਪਿਛਲੇ ਕੁਝ ਸਾਲਾਂ ਤੋਂ ਆਪਣੀ ਨਿੱਜੀ ਲਾਲਸਾ ਔਰ ਨਿੱਜੀ ਸ਼ੋਹਰਤ ਵਾਸਤੇ ਲਗਾਤਾਰ ਬਲੱਡ ਕੈਂਪਾਂ ਦਾ, ਖੂਨਦਾਨ ਕੈਂਪਾਂ ਦਾ ਰੁਝਾਨ ਬੜੀ ਤੇਜ਼ੀ ਨਾਲ ਪੰਜਾਬ ਦੀ ਧਰਤੀ ਤੇ ਵੱਧ ਰਿਹਾ ਹੈ। ਇਹ ਕਿਉਂ ਵੱਧ ਰਿਹਾ ਜੀ? ਦੇਖੋ, ਹਰ ਬੰਦੇ ਨੂੰ ਨਾ ਆਪਣੀ ਥੋੜੀ ਜਿਹੀ ਸੈਲਫ ਹੁੰਦੀ ਈਗੋ, ਵੀ ਮੈਂ ਇਹ ਕੰਮ ਕਰੂੰਗਾ ਤੇ ਮੇਰਾ ਅਖਬਾਰਾਂ 'ਚ ਨਾਮ ਆਏਗਾ, ਤਾਂ ਮੈਂ ਉਹ ਇਹ ਜਿਹੜੀਆਂ NGOs ਕਈ ਅੱਗੇ ਆਉਂਦੀਆਂ, ਜਿਹੜੀਆਂ ਸੱਚੀਆਂ NGOs ਹੈ ਉਹ ਕਦੇ ਆਪਣਾ ਅਖਬਾਰ ਦੇ ਵਿੱਚ ਨਾਮ ਨਹੀਂ ਢੂੰਡਣਗੀਆਂ, ਠੀਕ ਹੈ। ਸੋ ਇਹ ਅੱਜ ਕੱਲ ਬੜੀ ਫਿਤਰਤ ਚੱਲੀ ਹੋਈ ਹੈ, ਮਤਲਬ ਪਬਲਿਸਿਟੀ ਦਾ ਸਟੰਟ ਬਣ ਗਿਆ, ਪਬਲਿਸਿਟੀ ਦਾ ਸਟੰਟ ਬਣ ਗਿਆ। ਇਹ ਦੂਸਰੀ ਗੱਲ ਹੈ ਕਿ ਕਦੇ ਵੀ ਕੈਂਪ ਹੈ ਜਿਹੜਾ ਉਹ CMO ਜਾਂ ਪ੍ਰਿੰਸੀਪਲ ਜਾਂ ਮੈਡੀਕਲ ਸੁਪਰਡੈਂਟ ਦੀ ਆਗਿਆ ਤੋਂ ਬਿਨਾਂ ਬਿਲਕੁਲ ਨਹੀਂ ਅਸੀਂ ਜਾ ਸਕਦੇ। ਅਸੀਂ ਗੱਡੀਆਂ ਲਿਜਾਣੀਆਂ, ਅਸੀਂ ਕੁਰਸੀਆਂ ਲਿਜਾਣੀਆਂ, ਅਸੀਂ ਸਭ ਨਿਸ਼ਾਨ ਬਾਹਰ ਲੈ ਕੇ ਜਾਣਾ ਹੈ, ਤੇ ਸਾਨੂੰ ਪ੍ਰਿੰਸੀਪਲ ਮੈਡੀਕਲ ਸੁਪਰਡੈਂਟ ਤੋਂ ਪਰਮਿਸ਼ਨ ਲੈਣੀ ਹੀ ਪੈਣੀ ਹੈ। ਉਹਨਾਂ ਦੀ ਚਿੱਠੀ ਆਏਗੀ, ਉਹ ਅਸੀਂ ਸਾਈਨ ਹੋਏਗੀ, ਮੇਰੇ ਹੋਏਗੀ, ਫਿਰ ਉਹ ਜਿਹੜੀ ਹੈ ਅਸੀਂ ਬਲੱਡ ਕੈਂਪ ਲਾਵਾਂਗੇ। ਜਦੋਂ ਸਾਡੀ ਟੀਮ ਉੱਥੇ ਜਾਂਦੀ ਹੈ, ਡਾਕਟਰ ਬੜੇ ਤਰ੍ਹਾਂ ਦੇ ਸਵਾਲ ਪੁੱਛਦੇ ਹੈਗੇ ਆ, ਜਿਹੜੇ ਆਲ ਡੋਨਰ ਵੋਲੰਟਰੀ ਡੋਨਰਸ ਹੁੰਦੇ ਨੇ। ਕਈ ਤਾਂ ਵੋਲੰਟਰੀ ਡੋਨਰ 10-20% ਤਾਂ ਅਨਫਿਟ ਹੋ ਜਾਂਦੇ ਬਿਕੋਜ਼ ਆਫ ਦੀ ਸਮ ਡਿਜ਼ੀਜ਼ਸ, ਓਕੇ। ਔਰ ਜਿੱਥੋਂ ਤੱਕ ਰਿਫਰੈਸ਼ਮੈਂਟ ਦੀ ਗੱਲ ਹੈਗੀ ਹੈ, ਇਹ ਗਵਰਨਮੈਂਟ ਨੇ ਰੀਸੈਂਟਲੀ ਸ਼ੁਰੂ ਕੀਤਾ ਹੈ ਕਿ ਤੁਸੀਂ ਉਹਨਾਂ ਨੂੰ ਇੱਕ ਪੈਕ ਰਿਫਰੈਸ਼ਮੈਂਟ ਦਾ ਦਿਓ, ਤੇ ਰਾਈਟ ਨਾਓ ਫਰੋਮ ਦਾ ਲਾਸਟ 2-3 months we have started giving the packs according to the units collected। ਸੋ ਨਿਮਾਣਾ ਸਾਹਿਬ, ਇਹ ਡਾਕਟਰ ਸਾਹਿਬ ਨੇ ਬੜੀ ਅੱਛੀ ਗੱਲ ਕਹੀ ਹੈ ਵੀ ਅਸੀਂ NGOs ਦਾ ਵੀ ਖਿਆਲ ਰੱਖਦੇ ਹਾਂ ਤੇ ਡੋਨਰ ਦਾ ਵੀ ਖਿਆਲ ਰੱਖਦੇ ਹਾਂ, ਵੀ ਉਹਨਾਂ ਨੂੰ ਅਸੀਂ ਰਿਫਰੈਸ਼ਮੈਂਟ ਵੀ ਭੇਜਦੇ ਹਾਂ। ਸੋ ਇਹ ਜੋ ਡਾਕਟਰ ਸਾਹਿਬ ਨੇ ਗੱਲਾਂ ਕਹੀਆਂ ਨੇ, ਇਹ ਵਾਕਈ ਹੀ ਅਸਲੀਅਤ ਹੈ ਵੀ ਰਿਫਰੈਸ਼ਮੈਂਟ ਤੁਸੀਂ ਦਿੰਦੇ ਹੋ ਜਾਂ ਹਸਪੀਟਲ ਵਾਲੇ ਤੁਹਾਨੂੰ ਪ੍ਰੋਵਾਈਡ ਕਰਦੇ ਨੇ? ਜਿੱਥੋਂ ਤੱਕ ਤਾਂ DMC, CMC, ਫੋਰਟਿਸ ਤੇ ਅਪੋਲੋ, ਇਹਨਾਂ ਹਸਪਤਾਲਾਂ ਤੋਂ ਬਿਲਕੁਲ ਨਹੀਂ ਰਿਫਰੈਸ਼ਮੈਂਟ ਆਉਂਦੀ। ਇਹ ਡਾਕਟਰ ਸਾਹਿਬ ਦੱਸ ਕੇ ਗਏ ਕਿ ਹੁਣੇ ਰੀਸੈਂਟਲੀ 2-3 ਮਹੀਨੇ ਤੋਂ ਹਜੇ ਇਹਨਾਂ ਸਾਡਾ ਕੈਂਪ ਵੀ ਨਹੀਂ ਲੱਗਿਆ। ਜਦੋਂ ਆਏਗਾ ਉਦੋਂ ਅਸੀਂ ਇਹਨਾਂ ਦੀ ਗੱਲ ਕਰਾਂਗੇ। ਬਾਕੀ ਜਿਹੜੇ ਛੋਟੇ ਮੋਟੇ ਚੈਰੀਟੇਬਲ ਹਸਪਤਾਲ ਨੇ ਉਹ ਜ਼ਰੂਰ ਦਿੰਦੇ ਆ। ਨਹੀਂ, ਇਹ ਕੀ ਰੀਜ਼ਨ ਹੋ ਗਿਆ ਵੀ ਛੋਟੇ ਮੋਟੇ ਚੈਰੀਟੇਬਲ ਤੁਹਾਨੂੰ ਰਿਫਰੈਸ਼ਮੈਂਟ ਦਿੰਦੇ ਨੇ ਤੇ ਵੱਡੀਆਂ ਸੰਸਥਾਵਾਂ ਪਿੱਛੇ ਭੱਜ ਰਹੀਆਂ ਨੇ? ਵੀ ਜਾਂ ਤੇ ਲੱਗਦਾ ਤੁਹਾਡਾ ਕੋਈ ਐਗਰੀਮੈਂਟ ਹੋਇਆ ਵਿੱਚ, ਮੇਰਾ ਖਿਆਲ ਲੱਗਦਾ ਇਹ ਤਾਂ ਡਾਕਟਰ ਸਾਹਿਬ ਜਵਾਬ ਦੇਣਗੇ। ਨਹੀਂ, ਸੰਸਥਾਵਾਂ ਦੀ ਗੱਲ ਕਰ ਰਹੇ ਜੀ ਮੈਂ। ਡਾਕਟਰ ਸਾਹਿਬ ਨੇ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ। ਅਸੀਂ ਤਾਂ ਸਾਨੂੰ ਰਿਫਰੈਸ਼ਮੈਂਟ ਕਿਉਂ ਨਹੀਂ ਦੇ ਰਹੇ? ਅਸੀਂ ਤਾਂ ਆਪ ਖਰਚਾ ਕਰਦੇ ਆ ਤਾਂ ਰਿਫਰੈਸ਼ਮੈਂਟ ਦਾ। DMC ਨੇ ਸਾਨੂੰ ਕਦੇ ਨਹੀਂ ਦਿੱਤਾ, CMC ਨੇ ਕਦੇ ਨਹੀਂ ਦਿੱਤਾ, ਅਪੋਲੋ ਨੇ ਕਦੇ ਨਹੀਂ ਦਿੱਤਾ, ਫੋਰਟਿਸ ਨੇ ਕਦੇ ਨਹੀਂ ਦਿੱਤਾ। ਫਿਰ ਤੁਸੀਂ ਬਲੱਡ ਦਿੰਦੇ ਹੋ ਇਹਨਾਂ ਨੂੰ? ਬਲੱਡ ਬਿਲਕੁਲ ਦਿੰਦੇ ਆ, ਵਿਦਆਊਟ ਰਿਫਰੈਸ਼ਮੈਂਟ ਤੋਂ ਵੀ ਬਲੱਡ ਦਿੰਦੇ ਹੋ? ਬਿਲਕੁਲ, ਬਲੱਡ ਦੇਣਾ ਸਾਡੀ ਮਜਬੂਰੀ ਹੈ। ਇਹਨਾਂ ਨੂੰ ਉਹ ਕੀ ਮਜਬੂਰੀ ਹੈ? ਉਹ ਮਜਬੂਰੀ ਇਹ ਜੀ ਅਸੀਂ ਇਹਨਾਂ ਨੂੰ ਦਿਆਂਗੇ ਨਹੀਂ ਤੇ ਲੋੜਵੰਦਾਂ ਨੂੰ ਕਿੱਥੋਂ ਲੈ ਕੇ ਦੇਵਾਂਗੇ? ਕਿਉਂਕਿ ਇਹਨਾਂ ਦੀ ਪਾਲਿਸੀ ਹੈ ਵੀ ਸਾਡੇ ਅੰਦਰ ਬਲੱਡ ਮਰੀਜ਼ ਹੈ ਤੇ ਅੰਦਰੋਂ ਹੀ ਦਿਆਂਗੇ, ਅਸੀਂ ਜਮ੍ਹਾਂ ਕਰਾਵਾਂਗੇ ਤੇ ਲਾਂਗੇ ਇਹਨਾਂ ਕੋਲੋਂ। ਭਾਈ ਸਾਹਿਬ, ਤੁਸੀਂ ਬੜੀ ਵੱਡੀ ਗੱਲ ਆਖ ਦਿੱਤੀ ਹੈ। ਜੇ ਤੁਸੀਂ NGOs ਜਿੰਨੀਆਂ ਹੈਗੀਆਂ, ਤੁਹਾਡੀ ਵੀ ਸੁਸਾਇਟੀ ਹੈ, ਪੰਜਾਬ ਵਿੱਚ ਹੋਰ ਵੀ ਸੁਸਾਇਟੀਆਂ ਨੇ, ਇੰਨਾ ਵੱਡੇ ਇੰਸਟੀਟਿਊਸ਼ਨ ਨੂੰ ਬਲੱਡ ਦੀ ਸਪਲਾਈ ਨਹੀਂ ਕਰੋਗੇ ਤੇ ਇਹ ਕਿੱਥੇ ਜਾਣਗੇ ਇਹਨਾਂ ਦੇ ਬਲੱਡ ਬੈਂਕ? ਉਹ ਕਿੱਥੋਂ ਮਰੀਜ਼ਾਂ ਦੀ ਸੇਵਾ ਕਰਨਗੇ? ਇਹਦੇ ਬਾਰੇ ਵੀ ਕਦੀ ਸੋਚਿਆ ਤੁਸੀਂ? ਬਿਲਕੁਲ, ਮੈਂ ਤਾਂ ਕਹਿ ਰਿਹਾ ਜੀ ਸਾਡੀ ਮਜਬੂਰੀ ਹੈ, ਇਹਨਾਂ ਨੂੰ ਬਲੱਡ ਦੇਣੀ ਅਸੀਂ ਇਸ ਕਰਕੇ ਆ। ਸਾਨੂੰ ਰੀਫਰੈਸ਼ਮੈਂਟ ਕੋਈ ਸਪੋਰਟ ਨਹੀਂ ਮਿਲਦੀ ਤਾਂ ਵੀ ਦਿੰਦੇ ਆ, ਇਸ ਕਰਕੇ ਦਿੰਦੇ ਆ ਤਾਂ ਕਿ ਜਿਹੜੇ ਐਕਸੀਡੈਂਟ ਕੇਸਿਸ ਨੇ, ਥੈਲੇਸੀਮੀਆ ਬੱਚੇ ਨੇ ਜਾਂ ਹੋਰ ਕੈਂਸਰ ਪੇਸ਼ੈਂਟ ਨੇ, ਇਹਨਾਂ ਨੂੰ ਡੇਲੀ ਸਾਡੇ ਕੋਲ ਰਿਕੁਆਇਰਮੈਂਟਾਂ ਨੇ। ਹਾਂਜੀ ਗੁਰਸਾਹਿਬ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ? ਦੇਖੋ, ਬਲੱਡ ਮੈਨੂੰ ਲੱਗਦਾ ਜ਼ਿਆਦਾ ਇੰਪੋਰਟੈਂਟ ਹੈ, ਰਿਫਰੈਸ਼ਮੈਂਟ ਇੰਨੀ ਇੰਪੋਰਟੈਂਟ ਨਹੀਂ ਹੈ। ਜੇ ਰਿਫਰੈਸ਼ਮੈਂਟ ਮਿਲ ਜੇ ਤੇ ਵਾਹ ਭਲੀ, ਤੇ ਜੇ ਨਾ ਮਿਲੇ ਤੇ ਆਪਣੇ ਵੱਲੋਂ ਵੀ ਲੈ ਸਕਦੇ ਹੋ। ਉਹ 'ਚ ਕੀ ਹੈ, ਖਾਣਾ ਤਾਂ ਉੱਦਾਂ ਵੀ ਹੁੰਦਾ ਹੀ ਹੈ ਜੀ, ਠੀਕ ਹੈ ਜੀ। ਤੇ ਉਹਦੇ 'ਚ ਮੈਨੂੰ ਨਹੀਂ ਲੱਗਦਾ ਕੋਈ ਐਡੀ ਇੰਪੋਰਟੈਂਟ ਗੱਲ ਹੈ ਬਈ ਰਿਫਰੈਸ਼ਮੈਂਟ ਮਿਲ ਗਈ ਜਾਂ ਨਹੀਂ ਮਿਲੀ। ਹਾਂ, ਉਸੇ ਟਾਈਮ ਮਿਲ ਜੇ ਤਾਂ ਬਹੁਤ ਵਧੀਆ ਗੱਲ ਹੁੰਦੀ ਹੈ। ਬਿਲਕੁਲ ਸਿਆਣੀ ਗੱਲ ਤੁਸੀਂ ਆਖੀ ਹੈ। ਸੋ ਡਾਕਟਰ ਸਾਹਿਬ, ਬੜੀ ਅੱਛੀ ਗੱਲ ਉੱਪਰ ਕੇ ਸਾਹਮਣੇ ਆਈ ਹੈ ਵੀ ਸਾਨੂੰ ਰਿਫਰੈਸ਼ਮੈਂਟਾਂ ਦਾ ਕੰਮ ਛੱਡ ਕੇ ਅਸਲੀ ਮੂਲ ਭਾਵਨਾ ਨਾਲ ਜੁੜਨਾ ਚਾਹੀਦਾ ਹੈ ਤੇ ਉਸ ਸੇਵਾ ਭਾਵਨਾ ਦੇ ਨਾਲ ਇਸ ਮੂਵਮੈਂਟ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਪਰ ਮੈਂ ਸਮਝਦਾ ਵੀ ਜਿਹੜਾ ਵਪਾਰੀਕਰਨ ਦਾ ਧੱਬਾ ਲੱਗ ਗਿਆ ਹੈ, ਇਹ ਕਿਸ ਤਰ੍ਹਾਂ ਧੋਤਾ ਜਾ ਸਕਦਾ ਹੈ? ਸਰ, ਇਹਨੂੰ ਮੈਂ ਜੇ ਖਾਲਸਾ ਜੀ ਸਹੀ ਅਕਸ਼ਰਾਂ 'ਚ ਕਹਾਂ ਨਾ ਜੀ, ਇਹ ਕਿਵੇਂ ਧੋਤਾ ਜਾ ਸਕਦਾ ਹੈ? ਇਹ ਜਦੋਂ ਬੰਦਾ ਆਂਦਾ ਹੈ ਸਾਡੇ ਕੋਲ ਵੀ ਮੈਂ ਕੈਂਪ ਲਗਾਉਣਾ ਚਾਹੁੰਦਾ, ਠੀਕ ਹੈ, ਉਹਦੀ ਵੈਸੇ ਤਾਂ ਫੀਲਿੰਗਸ ਸਮਝ ਲੱਗ ਜਾਂਦੀ ਹੈ ਕਿ ਵਾਕਈ ਇਹ ਕੈਂਸਰ ਪੇਸ਼ੈਂਟ ਸੀ ਤੇ ਥੈਲੇਸੀਮੀਆ ਦੀ ਹੈਲਪ ਕਰਨਾ ਚਾਹੁੰਦਾ ਹੈ। ਹੁਣ ਮੈਂ ਤੁਹਾਨੂੰ NGOs ਕਈਆਂ ਦੇ ਨਾਮ ਨਹੀਂ ਲੈਣਾ ਚਾਹਾਂਗੀ ਜੀ, ਦੇ ਜਾਂਦੇ ਆ ਉਹ 40 ਯੂਨਿਟ ਤੇ ਆਪਦੇ ਮਰੀਜ਼ਾਂ ਲਈ ਲੈ ਜਾਂਦੇ ਆ 80 ਯੂਨਿਟ। ਵਾਹ ਜੀ ਵਾਹ। ਦੇਖੋ,
ਇਹ 'ਚ ਤੁਸੀਂ ਕੀ ਥੈਲੇਸੀਮੀਆ ਤੇ ਕੈਂਸਰ ਦੀ ਭਲਾਈ ਕੀਤੀ? ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ, ਅਖਬਾਰਾਂ 'ਚ ਕਢਾਉਂਦੇ ਹੋ ਕਿ ਅਸੀਂ ਭਲਾਈ ਕੀਤੀ, 40 ਯੂਨਿਟ 50 ਯੂਨਿਟ ਅਸੀਂ ਥੈਲੇਸੀਮੀਆ ਕੈਂਸਰ ਨੂੰ ਦਿੱਤੇ। ਜੇ ਤੁਸੀਂ 50 ਦੇ ਕੇ 100 ਸਾਡੇ ਤੋਂ ਲੈ ਜਾਣੇ ਆ ਤੇ ਅਸੀਂ ਕਿੱਥੋਂ ਚਲਾਵਾਂਗੇ? ਮਤਲਬ ਡਾਕਟਰ ਸਾਹਿਬ ਉੱਥੇ ਆ ਗਏ ਵੀ 2 ਰੋਟੀਆਂ ਦੇ ਕੇ ਤੇ 4 ਰੋਟੀਆਂ ਮੰਗ ਲੈਣੀਆਂ। ਉਹ ਐਨਜੀਓਜ਼ ਨੂੰ ਮੈਂ ਡਿਸਕਰੇਜ ਕਰਦੀ ਹਾਂ ਟੋਟਲੀ। ਉਹ ਤਾਂ ਫਿਰ ਨਾ ਹੀ ਲਾਣ ਤਾਂ ਚੰਗਾ ਹੈ। ਨਵਾਣਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਡਾਕਟਰ ਸਾਹਿਬ ਨੇ ਜਿਹੜੀ ਇਹ ਗੱਲ ਆਖੀ ਹੈ ਵੀ ਕੁਝ ਵਾਕਈ ਇਦਾਂ ਦੀ ਐਨਜੀਓਜ਼ ਹੈਗੀਆਂ ਨੇ ਜੋ ਮਾਈਲੇਜ ਲੈਣ ਵਾਸਤੇ ਇਸ ਤਰ੍ਹਾਂ ਦੇ ਕਾਰਜ ਕਰ ਰਹੀਆਂ ਨੇ? ਦੇਖੋ ਇੱਥੇ ਮੇਰੇ ਥੋੜੇ ਡਿਫਰੈਂਸ ਵਿਚਾਰ ਨੇ ਡਾਕਟਰ ਸਾਹਿਬ ਨੇ। ਜਿਵੇਂ ਇਹਨਾਂ ਨੇ ਕਿਹਾ ਵੀ ਆਪਣੀ ਪਬਲਿਸਿਟੀ ਲੈਣ ਲਈ, ਦੇਖੋ ਜਦੋਂ ਮੈਂ ਕੈਂਪਾਂ ਸ਼ੁਰੂ ਕੀਤੇ ਸੀ ਉਦੋਂ ਕੋਈ ਸੰਸਥਾ ਲੁਧਿਆਣੇ ਦੇ ਵਿੱਚ ਕੋਈ ਐਨਜੀਓ ਕੈਂਪ ਨਹੀਂ ਸੀ ਲਗਾਉਂਦੀ, ਤੇ ਜੇ ਅਸੀਂ ਉਹਦੀ ਅਖਬਾਰਾਂ ਦੇ ਵਿੱਚ ਪਬਲਿਸਿਟੀ ਨਾ ਕਰਦੇ ਨਹੀਂ ਨਵਾਣਾ ਜੀ, ਮੈਂ ਤੁਹਾਡੇ ਨਾਲ ਇੱਥੇ ਸਹਿਮਤ ਨਹੀਂ ਹੈਗਾ। ਇੱਕ ਮਿੰਟ, ਮੈਂ ਸਹਿਮਤ ਨਹੀਂ। ਤੁਸੀਂ ਕਿਹਾ ਵੀ ਕੋਈ ਸੰਸਥਾ ਕੈਂਪ ਨਹੀਂ ਲਗਾਉਂਦੀ ਸੀ। ਉਸ ਤੋਂ ਪਹਿਲਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀਆਂ ਜਿੰਨੀਆਂ ਵੀ ਪੰਜਾਬ 'ਚ ਹੈਗੀਆਂ ਉਹ ਬਲੱਡ ਡੋਨੇਸ਼ਨ ਕੈਂਪ ਲਗਾਤਾਰ ਲਗਾਉਂਦੀਆਂ ਰਹੀਆਂ ਨੇ। ਐਨਜੀਓ ਨਹੀਂ ਹੈ, ਮੈਂ ਇੱਕ ਨਾਨ ਗਵਰਨਮੈਂਟ ਐਨਜੀਓ ਦੀ ਗੱਲ ਕਰ ਰਿਹਾ। ਸਾਡੇ ਤੋਂ ਪਹਿਲਾਂ ਨਹੀਂ ਸੀ। ਅਸੀਂ ਕੈਂਪਾਂ ਦੀ ਰਮਤਾ ਕੀਤੀ, ਪ੍ਰਚਾਰ ਕੀਤਾ, ਮੀਡੀਆ 'ਚ ਲਿਆਂਦਾ। ਮੀਡੀਆ ਦੇ ਵਿੱਚ ਬਹੁਤ ਵੱਡਾ ਰੋਲ ਹੈ। ਮੀਡੀਆ ਦੇ ਸਿਰ ਤੇ ਸਾਡਾ ਸੰਸਥਾ ਦਾ ਵਰਲਡ ਦੇ ਵਿੱਚ ਨਾਂ ਹੈ। ਜਿੰਨੀ ਜਾਗਰਤੀ ਆਈ ਹੈ ਪੰਜਾਬ ਦੇ ਵਿੱਚ ਖੂਨਦਾਨ ਕਰਨ ਦੀ, ਅਜੇ ਟਪਟੋ ਐਨਜੀਓਜ਼ ਖੜੀ ਹੈ, ਉਹਦੇ ਵਿੱਚ ਮੀਡੀਆ ਦਾ ਸਭ ਤੋਂ ਵੱਡਾ ਰੋਲ ਹੈ। ਪਰ ਡਾਕਟਰ ਸਾਹਿਬ ਦਾ ਕਹਿਣਾ ਹੈ ਵੀ ਉਹ ਮੀਡੀਆ 'ਚ ਤਾਂ ਮਾਈਲੇਜ ਉਹ ਲੈ ਰਹੇ ਨੇ, 2 ਦੇ ਕੇ 4 ਰੋਟੀਆਂ ਮੰਗ ਰਹੇ ਨੇ। ਦੇਖੋ ਉਹਨਾਂ ਬਾਰੇ ਮੈਂ ਨਹੀਂ ਜਾਣਦਾ, ਉਹ ਕਿਹੜੀਆਂ ਸੰਸਥਾਵਾਂ ਨੇ, ਇਹਨਾਂ ਨੂੰ ਪਤਾ। ਉਹ ਇਹ ਗਲਤ ਹੈ। ਅਸੀਂ ਕਹਿੰਦੇ ਆ ਵੀ ਹਸਪੀਟਲ ਨੂੰ, ਬਲੱਡ ਬੈਂਕ ਨੂੰ ਜੇ ਅਸੀਂ ਬਲੱਡ ਇਕੱਠਾ ਕਰਕੇ ਨਹੀਂ ਦਿਆਂਗੇ, ਇਹ ਕਿੱਥੋਂ ਮਦਦ ਕਰਨਗੇ ਥੈਲੇਸੀਮੀਆ ਪੇਸ਼ੈਂਟ ਦੀ, ਜਿਨ੍ਹਾਂ ਨੂੰ ਹਰ 15 ਦਿਨ 2 ਯੂਨਿਟ ਚਾਹੀਦੇ ਇੱਕ ਬੱਚੇ ਨੂੰ। 300 ਬੱਚਾ ਇਹਨਾਂ ਕੋਲ ਹੈ, 300 ਬੱਚਾ ਸੀਐਮਸੀ ਕੋਲ ਹੈ, ਹੋਰ ਵੀ ਹਸਪਤਾਲ 'ਚ ਹੋਏਗਾ। ਨਵਾਣਾ ਜੀ ਬਹੁਤ ਸਿਆਣੀ ਗੱਲ ਤੁਸੀਂ ਆਖੀ ਹੈ, ਪਰ ਇੱਥੇ ਇੱਕ ਮੁੱਦਾ ਇਹ ਵੀ ਉੱਠ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਮੀਡੀਆ ਦੇ ਵਿੱਚ ਇਹ ਵੀ ਗੱਲਾਂ ਬੜੀ ਤੇਜ਼ੀ ਨਾਲ ਉੱਭਰ ਰਹੀਆਂ ਨੇ, ਖੂਨਦਾਨ ਕਰਨ ਦੇ ਪਿੱਛੇ ਇੱਕ ਬੜਾ ਵੱਡਾ ਨੈਟਵਰਕ ਹੈ, ਖੂਨਦਾਨ ਦੀ ਖਰੀਦੋ ਫਰੋਖਤ ਹੋ ਰਹੀ ਹੈ। ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ ਵੀ ਵਾਕਈ ਹੀ ਕੋਈ ਇਸ ਤਰ੍ਹਾਂ ਦਾ ਕੋਈ ਨੈਟਵਰਕ ਹੈ ਜੋ ਖੂਨ ਦੀ ਖਰੀਦੋ ਫਰੋਖਤ ਕਰ ਰਿਹਾ ਹੈ, ਆਮ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ, ਕਿਉਂ ਕਰ ਰਿਹਾ ਹੈ ਔਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਇਹਦੇ ਬਾਰੇ ਸਥਿਤੀ ਸਪਸ਼ਟ ਦੇਖੋ, ਸਮਾਜ ਦੇ ਉਹ ਅਸਲੀ ਦੁਸ਼ਮਣ ਨੇ ਜਿਹੜੇ ਇਹੋ ਜਿਹੀਆਂ ਗੱਲਾਂ, ਨੈਗੇਟਿਵਿਟੀ ਸਮਾਜ ਫੈਲਾਉਂਦੇ ਨੇ। ਬਲੱਡ ਦੀ ਤਾਂ ਸ਼ਾਰਟੇਜ ਹੈ, ਬਲੱਡ ਤਾਂ ਪੂਰਾ ਹੀ ਨਹੀਂ ਹੁੰਦਾ। ਜਿੰਨਾ ਅਸੀਂ ਇਕੱਠਾ ਕਰਦੇ ਹਾਂ ਉਹ ਤੋਂ ਵੱਧ ਤਾਂ ਲੋੜ ਹੈ। ਨਹੀਂ, ਮੈਂ ਇਹ ਕਹਿਣਾ ਚਾਹੁੰਦਾ ਵੀ ਵਾਕਈ ਕੋਈ ਇਸ ਤਰ੍ਹਾਂ ਦਾ ਕੋਈ ਗਰੋਹ ਹੈ। ਮੈਂ ਉਹਨੂੰ ਸਿਰੇ ਤੋਂ ਨਕਾਰਦਾ। ਸਮਾਜ ਦੇ ਅਸਲੀ ਦੁਸ਼ਮਣ ਨੇ ਉਹ ਲੋਕ, ਮਾਨਵਤਾ ਦੇ ਦੁਸ਼ਮਣ ਨੇ। ਤੇ ਸਰਕਾਰਾਂ ਇਹਦੇ ਬਾਰੇ ਕੀ ਕਰ ਰਹੀਆਂ ਨੇ? ਸਰਕਾਰਾਂ ਵਧੀਆ ਰੋਲ ਪਲੇ ਕਰ ਰਹੀਆਂ। ਸਰਕਾਰਾਂ ਵੀ ਸਾਨੂੰ ਮੋਟੀਵੇਟ ਕਰਦੀਆਂ, ਸਟੇਟ ਅਵਾਰਡ ਦਿੰਦੀ ਹੈ ਸਾਨੂੰ ਜਦੋਂ ਅਸੀਂ ਬਲੱਡ ਇਕੱਠਾ ਕਰਕੇ ਦਿੰਦੇ ਆ। ਉਹਨਾਂ ਦੀ ਜੋ ਕੰਡੀਸ਼ਨ ਹੁੰਦੀ ਹੈ ਉਸ ਤੋਂ ਉੱਪਰ ਚੱਲ ਜਾਂਦਾ, ਸਾਨੂੰ ਤਾਂ ਪਤਾ ਨਹੀਂ ਹੁੰਦਾ ਇਹਨਾਂ ਬਾਰੇ। ਨਹੀਂ, ਤੁਸੀਂ ਹੁਣ ਗੱਲ ਕਹੀ ਹੈ ਸਟੇਟ ਅਵਾਰਡ ਦੀ, ਤੁਹਾਡੀ ਸੰਸਥਾ ਜਿਹੜੀ ਹੈ ਭਾਈ ਕਨ੍ਹਈਆ ਜੀ ਸੇਵਾ ਮਿਸ਼ਨ ਸੁਸਾਇਟੀ, ਉਹਨੂੰ ਕੋਈ ਇਸ ਵਿਸ਼ੇ ਤੇ ਜਾਂ ਇਸ ਮਾਣਮੱਤੀ ਪ੍ਰਾਪਤੀ ਤੇ ਕੋਈ ਅਵਾਰਡ ਮਿਲਿਆ? ਖਾਲਸਾ ਜੀ, ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੀ ਭਾਈ ਕਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੂੰ ਸਰਕਾਰ ਵੱਲੋਂ ਹੁਣ ਤੱਕ 8 ਸਟੇਟ ਅਵਾਰਡ ਮਿਲ ਚੁੱਕੇ ਆ। ਸਾਨੂੰ ਕੋਲ ਆ ਜਾਂਦੀ ਸਾਲ ਕੁ ਬਾਅਦ ਕਿ ਤੁਹਾਨੂੰ ਅਵਾਰਡ ਦੇ ਰਹੇ ਹੋ। ਉੱਥੇ ਕਾਫੀ ਐਨਜੀਓਜ਼ ਪੰਜਾਬ ਦੀ ਹੋਰ ਵੀ ਹੁੰਦੀਆਂ ਜਿਹਨਾਂ ਸਟੇਟ ਅਵਾਰਡ ਮਿਲਦੇ ਆ। ਇਹਦੇ ਅਵਾਰਡ ਨੇ ਨਵਾਣਾ ਜੀ, ਇਹ ਵੀ ਸਪਸ਼ਟ ਕਰੋ ਸਾਡੇ ਦਰਸ਼ਕਾਂ ਨੂੰ ਵੀ ਲਗਾਤਾਰ ਤੁਹਾਨੂੰ ਹੀ ਮਿਲ ਰਹੇ ਨੇ, ਬਾਕੀਆਂ ਨੂੰ ਵੀ ਨਹੀਂ, ਕਿਉਂ ਨਹੀਂ ਮਿਲਦੇ ਹੈਗੇ? ਮੈਂ ਦੱਸਿਆ ਜੀ ਆਪ ਜੀ ਨੂੰ ਕਿ ਸਰਕਾਰ ਦੇ ਕੋਈ ਇੱਕ ਟਾਰਗੇਟ ਹੁੰਦਾ ਕਿ ਇੰਨੇ ਯੂਨਿਟ ਤੁਸੀਂ ਸਰਕਾਰ ਡੋਨੇਸ਼ਨ ਕਰੋਗੇ ਤੁਹਾਨੂੰ ਸਟੇਟ ਅਵਾਰਡ ਮਿਲੇਗਾ, ਬਟ ਮੇਰਾ ਅਵਾਰਡ ਵੱਲ ਧਿਆਨ ਨਹੀਂ ਹੁੰਦਾ। ਮੈਂ ਤੇ ਮਾਨਵਤਾ ਦੀ ਸੇਵਾ 'ਚ ਲੱਗਾ, ਬਲੱਡ ਇਕੱਠਾ ਕਰਕੇ ਬਲੱਡ ਬੈਂਕਾਂ 'ਚ ਦਿਆਂਗਾ ਤੇ ਲੋੜਵੰਦਾਂ ਨੂੰ ਲੈ ਕੇ ਦਿਆਂਗਾ ਜੀ। ਸੋ ਸਾਲ ਬਾਅਦ ਕੋਲ ਆ ਜਾਂਦੀ ਕਿ ਨਮਾਣਾ ਜੀ ਤੁਹਾਨੂੰ ਅਵਾਰਡ ਲਈ ਚੁਣਿਆ ਗਿਆ। ਡਾਕਟਰ ਸਾਹਿਬ, ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡਾ ਬਲੱਡ ਬੈਂਕ ਪੰਜਾਬ ਦਾ ਸਭ ਤੋਂ ਵੱਡਾ ਬਲੱਡ ਬੈਂਕ ਹੈ, ਆਪ ਜੀ ਨੂੰ ਕੋਈ ਸਟੇਟ ਅਵਾਰਡ ਮਿਲਿਆ ਹੁਣ ਤੱਕ? ਅਸੀਂ ਅਵਾਰਡਸ ਇਹਨਾਂ ਦਿੰਦੇ ਆ ਐਨਜੀਓਜ਼ ਨੂੰ। ਅਸੀਂ ਜਿੱਦਾਂ ਹੁਣ ਕੋਈ ਡੇਜ਼ ਹੁੰਦੇ ਨੇ, 1 ਅਕਤੂਬਰ ਹੁੰਦਾ ਵੋਲੰਟਰੀ ਬਲੱਡ ਡੋਨੇਸ਼ਨ ਡੇ, ਓਕੇ। ਇਸ ਦਿਨ ਨੂੰ ਅਸੀਂ ਕਰਦੇ ਆ ਕਿ ਜਿਹੜੀਆਂ ਸੰਸਥਾਵਾਂ ਸਾਡੇ ਨਾਲ ਜੁੜੀਆਂ ਉਹਨਾਂ ਨੂੰ ਅਸੀਂ ਬੁਲਾ ਕੇ ਅਵਾਰਡ ਦਿੱਤਾ। ਨਿਮਾਣਾ ਸਾਹਿਬ ਨੂੰ ਵੀ ਦਿੱਤਾ ਸੀ ਇੱਕ ਅਵਾਰਡ। ਪਰ ਨਿਮਾਣਾ ਸਾਹਿਬ ਤੁਹਾਡੇ ਫੇਰ ਐਂਟੀ ਬੋਲ ਰਹੇ ਨੇ ਜੀ। ਨਹੀਂ, ਮੈਂ ਬਿਲਕੁਲ ਨਹੀਂ ਐਂਟੀ ਬੋਲ ਰਿਹਾ। ਜੋ ਸੱਚ ਹੈ ਮੈਂ ਉਹ ਦੱਸ ਰਿਹਾ। ਮੈਨੂੰ ਡੀਐਮਸੀ ਤੋਂ ਵੀ ਘੱਟੋ ਘੱਟ ਨਹੀਂ ਤੇ 8-10 ਵਾਰ ਇਹਨਾਂ ਨੇ ਵੀ ਆਨਰ ਕੀਤਾ। ਅਸੀਂ ਆਨਰ ਕੀਤਾ, ਇਹਨਾਂ ਨੂੰ ਬੁਲਾਇਆ। ਸਾਨੂੰ ਪਤਾ ਲੱਗ ਜਾਂਦਾ ਕਿਹੜੀ ਸੰਸਥਾ ਐਕਚੁਅਲ ਦਿਲੋਂ ਕੰਮ ਕਰਨਾ ਚਾਹੁੰਦੀ ਹੈ। ਖਾਲਸਾ ਜੀ, ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਵੀ ਜਿਹੜਾ ਇਹ ਬਲੱਡ ਦਿੰਦੇ ਆ, ਅੱਗੇ ਤਾਂ ਸੀ ਨਾ ਇੱਕ ਬਲੱਡ ਦਿੱਤਾ 1 ਜਾਨ ਬਚਾਈ। ਹੁਣ ਇਹ ਨਹੀਂ ਹੈ, ਇੱਕ ਬਲੱਡ ਨੇ 3 ਜਾਨਾਂ ਬਚਾਤੀਆਂ। ਥੈਲੇਸੀਮੀਆ ਬੱਚਾ ਬਚਾਤਾ, ਜਿਹਦੇ ਪਲੇਟਲੇਟ ਘੱਟ ਉਹਨੂੰ ਬਚਾ ਦਿੱਤਾ, ਜਿਹਨੂੰ ਕੋਈ ਕਲੌਟਿੰਗ ਡਿਸਆਰਡਰ ਹੈ, ਸਟ੍ਰੋਕ ਹੋ ਗਿਆ, ਉਹਨੂੰ ਪਲਾਜ਼ਮਾ ਦੇ ਕੇ ਬਚਾਤਾ।
ਸੋ ਤੂੰ ਇੱਕ ਬਲੱਡ ਦੇਣ ਨਾਲ 3 ਜਾਨਾਂ ਬਚਾਈਆਂ ਗਈਆਂ। ਸੋ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਵੀ ਪਰ ਯੂਨਿਟ ਦੇ ਪਿੱਛੇ ਜਿਹੜਾ ਤੁਹਾਨੂੰ ਐਨਜੀਓ ਯੂਨਿਟ ਸਪਲਾਈ ਕਰਦੇ ਬਲੱਡ ਯੂਨਿਟ ਦਿੰਦੇ ਨੇ, ਉਹਨਾਂ ਨੂੰ ਕੁਝ ਅਮਾਉਂਟ ਵੀ ਤੁਸੀਂ ਪੇ ਕਰਦੇ ਹੋ ਪਰ ਯੂਨਿਟ ਦੇ ਪਿੱਛੇ? ਨਹੀਂ ਜੀ, ਅਸੀਂ ਕੋਈ ਅਮਾਉਂਟ ਨਹੀਂ ਪੇ ਕਰਦੇ ਇਹਨਾਂ ਨੂੰ। ਇਹਨਾਂ ਦੀ ਨਿਸਫਾਰਤ ਸੇਵਾ ਹੈ, ਪੂਰੀ ਇਹਨਾਂ ਦੀ ਡੈਡੀਕੇਸ਼ਨ ਨਾਲ ਸਮਰਪਿਤਤਾ ਹੈ, ਜਿਹਦੇ ਕਰਕੇ ਸਾਡੇ ਕੈਂਸਰ ਪੇਸ਼ੈਂਟ ਤੇ ਥੈਲਾਸੀਮੀਆ ਪੇਸ਼ੈਂਟ ਬਚ ਰਹੇ। ਤੇ ਡਾਕਟਰ ਸਾਹਿਬ ਇੱਕ ਸਾਡਾ ਜਾਂਦੇ ਜਾਂਦੇ ਮਨ ਦੇ ਵਿੱਚ ਇੱਕ ਹੋਰ ਸਵਾਲ ਖੜਾ ਹੋ ਗਿਆ ਹੈ, ਖੂਨਦਾਨ ਦੀ ਮਹੱਤਤਾ ਜਿਹੜੀ ਤੁਸੀਂ ਗੱਲ ਸ਼ੁਰੂ ਕੀਤੀ ਸੀ, ਉਹਦੇ ਵਿੱਚ ਇਸਤਰੀ ਵਰਗ ਦਾ ਕੀ ਰੋਲ ਹੈ? ਇਸਤਰੀ ਵਰਗ ਵਿੱਚ ਕਿਉਂ ਨਹੀਂ ਜਾਗਰੂਕਤਾ ਆ ਰਹੀ? ਉਹ ਕਿਉਂ ਨਹੀਂ ਇਸ ਮੂਵਮੈਂਟ ਵਿੱਚ ਸ਼ਾਮਲ ਹੋ ਰਹੀਆਂ, ਜਦ ਕਿ ਕਿਸੇ ਵੀ ਸੰਸਥਾ ਨੂੰ ਚਲਾਉਣ ਦੇ ਵਿੱਚ ਇਸਤਰੀ ਵਰਗ ਦਾ ਹਮੇਸ਼ਾ ਅਹਿਮ ਰੋਲ ਰਿਹਾ? ਦੇਖੋ ਜੀ, ਅੱਜ ਕੱਲ ਤਾਂ ਖਾਲਸਾ ਜੀ ਜੇ ਪੁੱਛੋ ਮੈਨੂੰ, ਇਸਤਰੀਆਂ ਵੀ ਬੜੀਆਂ ਆ ਰਹੀਆਂ ਜੀ, ਪਰ ਇਸਤਰੀਆਂ ਦੇ ਵਿੱਚ ਥੋੜੇ ਜਿਹੇ ਪ੍ਰੋਬਲਮ ਆ ਜਾਂਦੀ ਹੈ। ਇੱਕ ਤਾਂ ਉਹਨਾਂ ਦਾ ਮੈਂਸਟਰਲ ਸਾਈਕਲ ਜਿਹੜਾ ਹਰ ਮਹੀਨੇ ਆਉਂਦਾ ਹੈ। ਦੂਜੀ ਗੱਲ ਹੈ, ਜੇ ਉਹ ਪ੍ਰੈਗਨੈਂਟ ਹੈ ਜਾਂ ਉਹ ਬੇਬੀ ਨੂੰ ਫੀਡ ਕਰ ਰਹੀਆਂ ਜਾਂ ਉਹਨਾਂ ਦੀ ਕੋਈ ਅਬੋਰਸ਼ਨ ਹੋ ਗਈ, ਉਹਨਾਂ ਦੇ ਵਿੱਚ HB ਦੀ ਜਿਹੜੀ ਮਾਤਰਾ ਹੈ ਉਹ ਘੱਟ ਹੁੰਦੀ ਹੈ। ਸਾਨੂੰ HB ਦੀ ਮਾਤਰਾ 12 ਤੋਂ ਉੱਪਰ ਲੈਣੀ ਚਾਹੀਦੀ ਹੈ। ਸੋ ਮੇਰਾ ਜਿਹੜਾ ਮੰਨਣਾ ਇਹੀ ਹੋਊਗਾ। ਨਾਲੇ weight ਵੀ ਨਾ ਅੱਜ ਕੱਲ੍ਹ ਕੁੜੀਆਂ ਬਹੁਤ ਕੌਨਸ਼ੀਅਸ ਹੈ ਖਾਣ ਲਈ, ਵੀ ਅਸੀਂ ਘੱਟ ਖਾਈਏ, ਪਤਲੇ ਰਹੀਏ, ਫਿਗਰ ਮੇਨਟੇਨ ਕਰੀਏ। ਸੋ ਉਸ ਕਰਕੇ ਜਿਹੜਾ ਕਿ ਉਹਨਾਂ ਦਾ weight 45 ਕਿਲੋ ਦਾ 50 ਕਿਲੋ ਤੋਂ ਘੱਟ ਹੁੰਦਾ ਤੇ ਵੀ ਡੋਂਟ ਪ੍ਰੈਫਰ। ਓਕੇ, ਸੋ ਦੈਟਸ ਵਾਈ ਮਾਈ ਅਪੀਲ ਟੂ ਦ ਯੰਗਸਟਰਸ, ਜਿਵੇਂ ਹਾਂ ਆਪਣੇ ਬੈਠੇ ਹੋਏ ਨੇ ਗੁਰਸਾਹਿਬ ਜੀ, ਇਹਨਾਂ ਵਰਗੇ ਮੈਂ ਯੰਗਸਟਰਸ ਨੂੰ ਅਪਰੋਚ ਕਰਾਂਗੀ, ਪਲੀਜ਼ ਕਮ ਫਾਰਵਰਡ ਐਂਡ ਸੇਵ ਦ ਲਾਈਫ ਆਫ ਦ all patients who are really dying in the hospital for the need of the blood and the blood components। and ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਜਿਨ੍ਹਾਂ ਨੂੰ ਜਦੋਂ ਵੀ ਸਾਨੂੰ ਪ੍ਰੋਬਲਮ ਆਉਂਦੀ ਹੈ ਅਸੀਂ ਫੋਨ ਕਰਦੇ ਹਾਂ, ਜਿਹੜੀ ਵੀ ਸਾਡੇ ਨਾਲ NGO ਜੁੜੀ ਹੈ ਅਸੀਂ ਫੋਨ ਕਰਦੇ ਹਾਂ, ਉਹ ਇਮੀਡੀਏਟ ਰਿਸਪੌਂਡ ਕਰਦੇ ਆ। ਜੀ ਡਾਕਟਰ ਸਾਹਿਬ, ਤੁਸੀਂ ਇਹਦਾ ਮਤਲਬ ਉਹ ਦਿਲੋਂ ਕਰਦੇ ਆ। ਬਹੁਤ ਅੱਛੀ ਔਰ ਸੁੰਦਰ ਗੱਲ ਕਹੀ ਹੈ, ਤੁਸੀਂ ਕਾਫੀ ਇਹਨੂੰ ਅੱਛੇ ਢੰਗ ਨਾਲ ਐਕਸਪਲੇਨ ਕੀਤਾ ਹੈਗਾ। ਗੁਰਸਾਹਿਬ ਸਿੰਘ ਜੀ, ਤੁਹਾਡੇ ਵਰਗਾ ਡੋਨਰ ਜਦੋਂ ਬਲੱਡ ਦੇ ਦਿੰਦਾ ਜੀ, ਉਹਨੂੰ ਬਲੱਡ ਦੀ ਦੁਬਾਰਾ ਲੋੜ ਪੈ ਜਾਂਦੀ ਹੈ, ਠੀਕ ਜੀ, ਉਹ ਦੁਬਾਰਾ ਜਦੋਂ ਅਪਰੋਚ ਕਰਦਾ ਹੈ, ਉਹਨੂੰ ਕਾਫੀ ਮਾਨਸਿਕਤਾ ਜਿਹੜੀ ਨਾ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ, ਕਾਫੀ ਨੱਠ ਭੱਜ ਕਰਨੀ ਪੈਂਦੀ ਹੈ। ਜਿਹਦੇ ਦਾ ਸੋਰਸਿਸ ਹੁੰਦੇ ਨੇ ਉਹ ਤਾਂ ਚਲੋ ਬਲੱਡ ਆਪਣਾ ਲੈ ਲੈਂਦਾ ਹੈਗਾ, ਜਿਹਦੇ ਕੋਲ ਸੋਰਸਿਸ ਨਹੀਂ ਹੈ, ਖਾਸ ਕਰਕੇ ਇੱਕ ਬੰਦਾ ਸਿਵਲ ਹਸਪੀਟਲ ਦੇ ਵਿੱਚ ਐਡਮਿਟ ਹੈ, ਉਹਨੂੰ ਜਦੋਂ ਸ਼ਿਫਟ ਕੀਤਾ ਜਾਂਦਾ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ, ਸੋ ਉਹਨੂੰ ਕਾਫੀ ਜਹਿਦ ਕਰਨੀ ਪੈਂਦੀ ਹੈ। ਕਿਉਂ ਕਰਨੀ ਪੈਂਦੀ ਹੈ? ਉੱਥੋਂ ਦੇ ਹਸਪੀਟਲ ਵਾਲੇ, ਉੱਥੋਂ ਦਾ ਸਟਾਫ, ਉਹ ਕਹਿੰਦਾ ਜੀ ਮੈਂ ਉੱਥੋਂ ਦਾ ਜਿਹੜਾ ਬਲੱਡ ਹੈਗਾ ਉਹ ਨਹੀਂ ਯੂਜ਼ ਕਰਨਾ। ਮੈਂ ਇੱਕ ਵੱਡਾ ਫੈਕਟਰ ਹੈ। ਬਿਲਕੁਲ, ਇਹਦੇ ਸੰਬੰਧੀ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਇਹਦੇ ਵਿੱਚ ਗੱਲ ਇਹੀ ਹੈ ਕਿ ਮੈਨੂੰ ਤੇ ਜੇ ਮੈਂ ਆਪ ਡੋਨਰ ਆ ਤੇ ਮੈਂ ਤੇ ਆਪ ਮੰਨਦਾ ਵਾਂ ਕਿ ਜੇ ਮੈਂ ਦਿੱਤਾ ਬਲੱਡ ਦਿੱਤਾ, ਮੈਂ ਇੱਕ ਹਸਪੀਟਲ ਨੂੰ ਦੇਤਾ, ਅੱਜ ਮੈਨੂੰ ਸਿਵਲ 'ਚ ਕਿਸੇ ਨੂੰ ਲੋੜ ਸੀ ਮੈਂ ਦਿਆ, ਜਾਂ ਮੈਨੂੰ ਕਿਸੇ ਨੂੰ ਲੋੜ ਵੀ ਨਹੀਂ ਸੀ, ਮੈਨੂੰ ਲੋੜ ਮਹਿਸੂਸ ਹੋਈ ਯਾਰ ਮੈਨੂੰ 3 ਮਹੀਨੇ ਹੋ ਗਏ ਦਿੱਤਾ ਨਹੀਂ, ਮੈਂ DMC ਜਾ ਕੇ ਦੇ ਆਇਆ। ਉਸ ਤੋਂ ਬਾਅਦ ਮੇਰੇ ਹੀ ਘਰ ਦੇ ਨੂੰ ਜਾਂ ਮੇਰੇ ਕਿਸੇ ਦੋਸਤ ਨੂੰ CMC 'ਚ ਲੋੜ ਪੈ ਗਈ, ਹੁਣ ਉਹ ਕਹਿੰਦਾ ਜੀ ਤੁਸੀਂ ਤਾਂ DMC ਦਿੱਤਾ ਸੀ, ਤੁਸੀਂ ਉੱਥੋਂ ਜਾ ਕੇ ਲੈ ਕੇ ਆਓ। ਮੈਂ ਚਾਹੁੰਦਾ ਵਾਂ ਕਿ ਸਰਕਾਰ, ਬਲੱਡ ਬੈਂਕ, NGOs ਇਹ ਰਲ ਕੇ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢਣ, ਵੀ ਇੱਕ ਦਾ ਬਲੱਡ ਦੂਜੇ ਪਾਸੇ ਨਹੀਂ ਜਾਂਦਾ, ਤੇ ਜੇ ਜਾਂਦਾ ਵੀ ਹੈ ਤੇ ਕੋਈ ਇਦਾਂ ਦਾ ਕ੍ਰਾਈਟੇਰੀਆ ਬਣਾਉਣ ਕਿ ਜਿਹਨੂੰ ਬਲੱਡ ਚਾਹੀਦਾ ਉਹਨੂੰ ਫਟਾਫਟ ਬਲੱਡ ਮਿਲ ਜੇ, ਉਹਨੂੰ ਖੱਜਲ ਨਾ ਹੋਣਾ ਪਵੇ। ਨਿਮਾਣਾ ਸਾਹਿਬ, ਤੁਹਾਡੀ ਸੰਸਥਾ ਬੜੀ ਇੱਕ ਮੈਂ ਸਮਝੂੰਗਾ ਵੀ ਸਟੇਟ ਲੈਵਲ ਦੀ ਨਹੀਂ, ਕੌਮਾਂਤਰੀ ਪੱਧਰ ਦੀ ਇੱਕ ਸੰਸਥਾ ਹੈ ਤੁਹਾਡੀ, ਠੀਕ ਹੈ? ਉਹ ਇਸ ਵਿਸ਼ੇ ਦੇ ਉੱਤੇ ਕੀ ਰੋਲ ਨਿਭਾਉਣਾ ਚਾਹੁੰਦੀ ਹੈ, ਆਪਣਾ ਕੀ ਰੋਲ ਨਿਭਾ ਸਕਦੀ ਹੈ ਵੀ ਇਹ ਸਿਸਟਮ ਜਿਹੜਾ ਹੈ ਉਹਦੇ ਵਿੱਚ ਆਮ ਇਨਸਾਨ ਨੂੰ ਪਰੇਸ਼ਾਨਗੀ ਦਾ ਸਾਹਮਣਾ ਨਾ ਕਰਨਾ ਪਵੇ? ਇਹਦੇ ਬਾਰੇ ਵੀ ਕੁਝ ਪਲੈਨਿੰਗ ਬਣਾਈ ਹੈ ਤੁਹਾਡੀ ਸੰਸਥਾ ਨੇ? ਬਿਲਕੁਲ, ਸਾਡੀ ਤਾਂ ਆਲਰੇਡੀ ਸੇਵਾ ਚੱਲ ਰਹੀ ਹੈ, ਇਸੇ ਪਲੈਨਿੰਗ ਤੇ ਚੱਲ ਰਹੀ ਹੈ। ਔਰ ਮੈਂ ਸਰਕਾਰ ਨੂੰ ਕਈ ਵਾਰੀ ਬੇਨਤੀ ਕੀਤੀ ਹੈ, ਲੈਟਰਾਂ ਵੀ ਕੱਢੀਆਂ ਨੇ ਇਸ ਮੁੱਦੇ ਤੇ, ਪਰ ਕੋਈ ਸੁਣਵਾਈ ਨਹੀਂ ਹੁੰਦੀ। ਹੁਣ ਇਹ ਸਰਕਾਰਾਂ ਦਾ ਕੰਮ ਹੈ, ਜਿੱਥੋਂ ਸਾਡੀ ਸੰਸਥਾ ਦਾ ਕੰਮ ਹੈ, ਅਸੀਂ ਤਾਂ ਆਪਣਾ ਕੰਮ ਕਰ ਰਹੇ ਹਾਂ। ਔਰ ਕਿਸੇ ਵੀ ਲੋੜਵੰਦ ਨੂੰ ਬਲੱਡ ਦੀ ਲੋੜ, ਉਹਨੂੰ ਕੋਈ ਪਰੇਸ਼ਾਨੀ ਸਾਡੇ ਕੋਲ ਨਹੀਂ ਆਉਂਦੀ, ਉਹਨੂੰ ਬਿਨਾਂ ਖਰਚੇ ਖਵਾਏ ਅਸੀਂ ਬਲੱਡ ਲੈ ਕੇ ਦਿੰਦੇ ਹਾਂ। ਤੇ ਜਿਹੜਾ ਤੁਸੀਂ ਇਹ ਗੱਲ ਕਹੀ ਹੈ ਵੀ ਅਸੀਂ ਉਸ ਚੀਜ਼ ਨੂੰ ਫੋਲੋ ਕਰਦੇ ਹਾਂ, ਤੇ ਆਪਸ ਵਿੱਚ ਕੁਝ ਤੁਹਾਡੀ ਸੈਟਿੰਗ ਨਹੀਂ ਹੋ ਸਕਦੀ ਵੀ NGOs ਦੀ, ਹਸਪੀਟਲਸ ਜਿੱਦਾਂ ਸਾਡੇ ਵੀਰ ਨੇ ਆਖਿਆ ਹੈਗਾ ਵੀ ਕੋਆਰਡੀਨੇਸ਼ਨ ਕੋਈ ਕਮੇਟੀ ਇਸ ਤਰ੍ਹਾਂ ਦੀ ਬਣ ਜੇ ਵੀ ਜਿਹਨੂੰ ਲੋੜ ਹੈ ਆਪਸ ਵਿੱਚ ਵਟਾਂਦਰਾ ਹੋ ਸਕੇ, ਵੀ ਕਿਸੇ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਪੇਸ਼ੈਂਟ ਨੂੰ? ਇਹਦੇ ਬਾਰੇ ਵੀ ਕੁਝ ਗੰਭੀਰਤਾ ਨਾਲ ਸੋਚ ਰਹੇ ਹੋ ਜਾਂ ਵੀ ਹਜੇ ਉੱਥੇ ਹੀ ਹੈ ਕੰਮ? ਦੇਖੋ ਖਾਲਸਾ, ਮੈਂ ਹਮੇਸ਼ਾ ਹੀ ਸੋਚਦਾ ਆਇਆ, ਪਰ ਕਦੀ ਮੈਨੂੰ ਹਸਪਤਾਲਾਂ ਤੋਂ ਰਿਸਪੌਂਸ ਨਹੀਂ ਮਿਲਦਾ, ਨਾ ਸਰਕਾਰਾਂ ਤੋਂ ਮਿਲਦਾ। ਪਰ ਅਸੀਂ ਆਪਣੇ ਤੌਰ ਤੇ ਲੱਗੇ ਹਾਂ,
ਅਸੀਂ ਜਿਨ੍ਹਾਂ ਨੂੰ ਲੋੜਵੰਦਾਂ ਨੂੰ ਅਸੀਂ ਬਿਨਾਂ ਭੇਦਭਾਵ ਔਰ ਬਿਨਾਂ ਪਰੇਸ਼ਾਨੀ ਲੈ ਕੇ ਦੇ ਰਹੇ ਹਾਂ, ਇਹ ਤਾਂ ਕਰ ਹੀ ਰਹੇ ਹਾਂ ਅਸੀਂ ਕੰਮ। ਸੋ ਡਾਕਟਰ ਸਾਹਿਬ ਤੁਹਾਡਾ ਕੀ ਕਹਿਣਾ ਇਸ ਸੰਬੰਧੀ? ਦੇਖੋ ਜੀ, ਇਹ ਹਰ ਹਸਪਤਾਲ ਦੇ ਆਪ ਦੇ ਰੂਲਸ ਰੈਗੂਲੇਸ਼ਨਸ ਹੁੰਦੇ ਨੇ, ਜੀ। ਗਵਰਨਮੈਂਟ ਦੇ ਅਲੱਗ ਹੁੰਦੇ ਨੇ, ਪ੍ਰਾਈਵੇਟ ਦੇ ਅਲੱਗ ਹੁੰਦੇ ਨੇ। ਸੋ ਮੇਰੀ ਵੀ ਇਹ ਅਪੀਲ ਸਰਕਾਰ ਨੂੰ ਹੀ ਹੈ ਕਿ he should come into the matter and look where the patient is admitted, the blood should be given, blood component which should be given immediately to save the patient's life. ਸੋ ਸਾਰੇ ਹੀ ਆਏ ਹੋਏ ਮਹਿਮਾਨਾਂ ਦਾ ਮੈਂ ਆਪਣੇ ਵਿਰਾਸਤੀ ਸੱਥ ਦੇ ਵੱਲੋਂ, ਚੈਨਲਸ ਦੇ ਵੱਲੋਂ ਸਾਰਿਆਂ ਦਾ ਧੰਨਵਾਦ ਪ੍ਰਗਟ ਕਰਦਾ ਵਾਂ ਵੀ ਤੁਸੀਂ ਸਾਡੇ ਇਸ ਸਟੂਡੀਓ ਦੇ ਵਿੱਚ ਆਏ ਤੇ ਆਪਣੇ ਅੱਛੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਸਾਡੇ ਦਰਸ਼ਕਾਂ ਨਾਲ ਕੀਤੀ ਹੈ। ਪਰ ਸਾਡੀ ਦਿਲੀ ਤਮੰਨਾ ਹੈ ਵੀ ਜਾਂਦੇ ਜਾਂਦੇ ਤੁਸੀਂ ਆਪਣਾ ਕੋਈ ਪਿਆਰ ਭਰਿਆ ਮੈਸੇਜ ਜਿਹੜਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੇ ਕੇ ਜਾਓ, ਤਾਂ ਕਿ ਜਿਹੜੀ ਖੂਨਦਾਨ ਦੀ ਮੁਹਿੰਮ ਹੈ ਇਹ ਹੋਰ ਪ੍ਰਚੰਡ ਹੋ ਸਕੇ। ਸੋ ਸਭ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰੂੰਗਾ ਗੁਰਸਾਹਿਬ ਸਿੰਘ ਜੀ ਨੂੰ ਕਿ ਉਹ ਆਪਣਾ ਪਿਆਰ ਭਰਿਆ ਮੈਸੇਜ ਦਰਸ਼ਕਾਂ ਨੂੰ ਦੇਣ। ਮੈਂ ਤਾਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਮੈਂ 18 ਸਾਲ ਤੋਂ ਲੈ ਕੇ ਤੇ ਹੁਣ ਤੱਕ ਕੰਟੀਨਿਊਸਲੀ ਪਿਛਲੇ 10 ਸਾਲਾਂ ਤੋਂ ਬਲੱਡ ਡੋਨੇਟ ਕਰ ਰਿਹਾ ਤੇ ਤੁਹਾਡੇ ਸਾਹਮਣੇ ਅੱਜ ਬੈਠਾ ਤਾਂ ਮੈਨੂੰ ਲੱਗਦਾ ਬਈ ਬਲੱਡ ਡੋਨੇਟ ਕਰਨ ਨਾਲ ਕੋਈ ਘਾਟਾ ਨਹੀਂ ਹੁੰਦਾ। ਸੋ ਸਾਰੇ ਜਾਣੇ ਜਿੰਨੇ ਵੀ 18 ਤੋਂ ਪਲੱਸ ਯੂਥ ਸਪੈਸ਼ਲੀ ਮੇਰੀ ਆਵਾਜ਼ ਸੁਣ ਰਹੇ ਨੇ, ਉਹ ਸਾਰੇ ਜਾਣੇ ਇੱਕ ਵਾਰੀ, ਜੇ ਤੁਹਾਨੂੰ ਕੋਈ ਡਰ ਵੀ ਹੈ, ਕੋਈ ਕਿਸੇ ਤਰ੍ਹਾਂ ਦੀ ਕਾਉਂਸਲਿੰਗ ਦੀ ਲੋੜ ਹੈ, ਤੁਸੀਂ ਜਾਓ ਤਾਂ ਸਹੀ, ਗੱਲ ਤਾਂ ਕਰੋ, ਗੱਲ ਤਾਂ ਤੋਰੋ ਬਲੱਡ ਡੋਨੇਸ਼ਨ ਦੀ। ਤੇ ਜੇ ਤੁਸੀਂ ਸਾਰੇ ਜਾਣੇ ਸੈਟੀਸਫਾਈਡ ਹੁੰਨੇ ਹੋ ਤੇ ਜ਼ਰੂਰ ਬਲੱਡ ਦਿਓ ਜੀ, ਉਹਦੇ ਨਾਲ ਬਹੁਤ ਸਾਰੀਆਂ ਜਾਨਾਂ ਬਚ ਸਕਦੀਆਂ ਨੇ। ਸੋ ਨਿਮਾਣਾ ਸਾਹਿਬ ਤੁਸੀਂ ਕੀ ਇਸ ਸੰਬੰਧੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਸਭ ਤੋਂ ਪਹਿਲਾਂ ਮੈਂ ਵਿਰਾਸਤੀ ਸੱਤ ਚੈਨਲ ਦਾ ਦਿਲ ਦੀ ਗਹਿਰਾਈਆਂ ਤੋਂ ਸਮੁੱਚੀ ਟੀਮ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਇੱਥੇ ਬੁਲਾ ਕੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੇਰੇ ਜਿਹਦੇ ਅੰਦਰ ਦੇ ਮਨ ਦੇ ਵਿੱਚ ਵਲਵਲੇ ਸਨ, ਜੋ ਸਮਾਜ ਦੇ ਵਿੱਚ ਨੈਗੇਟਿਵਿਟੀ ਫੈਲਾਈ ਜਾ ਰਹੀ ਹੈ, ਉਹ ਮੈਨੂੰ ਅੱਜ ਦਰਸ਼ਕਾਂ ਨੂੰ ਅੱਗੇ ਰੱਖਣ ਦਾ ਮੌਕਾ ਦਿੱਤਾ। ਸੋ ਮੈਂ ਆਪਣੇ ਸਮਾਜ ਦੇ ਖਾਸ ਕਰਕੇ ਉਹਨਾਂ ਵੀਰਾਂ ਨੂੰ, ਆਪਣੇ ਭਰਾਵਾਂ ਨੂੰ, ਹੈ ਸਾਡੇ ਭਰਾ ਹੀ ਨੇ ਪਰ ਕਿਤੇ ਗਲਤਫਹਿਮੀ ਦਾ ਸ਼ਿਕਾਰ ਨੇ, ਨੈਗੇਟਿਵਿਟੀ ਸਮਾਜ 'ਚ ਆਪਾਂ ਨਾ ਫੈਲਾਈ, ਜਿਹਨੇ ਸਮਾਜ 'ਚ ਪਾੜਾ ਪਵੇ। ਤੇ ਖੂਨ ਕਿਸੇ ਫੈਕਟਰੀ ਦਾ ਪ੍ਰੋਡਕਟ ਨਹੀਂ ਹੈ। ਤੁਹਾਡੀ ਨੈਗੇਟਿਵਿਟੀ ਨਾਲ ਲੋਕਾਂ ਦੀ ਭਾਵਨਾ ਠੇਸ ਪਹੁੰਚਦੀ ਹੈ, ਉਹ ਖੂਨਦਾਨ ਕਰਨ ਤੋਂ ਹਟਦੇ ਹੈ। ਸੋ ਆਪਾਂ ਇਹੋ ਜਿਹਾ ਕਾਰਜ ਨਾ ਕਰੀਏ। ਆਓ ਆਪਾਂ ਲੋੜਵੰਦ ਦੀ ਜ਼ਿੰਦਗੀਆਂ ਬਚਾਉਣ ਲਈ, ਮਾਨਵਤਾ ਦੇ ਭਲੇ ਲਈ ਇਸ ਮੁਹਿੰਮ ਦੇ ਵਿੱਚ ਜੁੜ ਕੇ ਨੌਜਵਾਨਾਂ ਨੂੰ ਜਾਗਰੂਕ ਕਰੀਏ ਤਾਂ ਕਿ ਲੋੜਵੰਦ ਜ਼ਿੰਦਗੀਆਂ ਬਚਾ ਸਕੀਏ। ਬਿਲਕੁਲ ਠੀਕ ਗੱਲ ਤੁਸੀਂ ਕਹੀ ਹੈ ਨਿਮਾਣਾ ਸਾਹਿਬ। ਸੋ ਡਾਕਟਰ ਅਮਰਜੀਤ ਕੌਰ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਇੰਨੇ ਕੀਮਤੀ ਸਮੇਂ 'ਚੋਂ ਸਾਡੇ ਸਟੂਡੀਓ ਦੇ ਵਿੱਚ ਪੁੱਜੇ ਹੋ ਤੇ ਕੁਝ ਸਾਡੇ ਦਰਸ਼ਕਾਂ ਨਾਲ ਵੀ ਸਾਂਝ ਕਰਦੇ ਹੋ ਪਿਆਰ ਭਰੀ, ਵੀ ਉਹ ਵੀ ਕੁਛ ਨਾ ਕੁਛ ਤੁਹਾਡੇ ਕੋਲੋਂ ਮੈਸੇਜ ਲੈ ਕੇ ਜਾਣ। ਯੈਸ ਖਾਲਸਾ ਜੀ, ਮੈਂ ਸਭ ਤੋਂ ਪਹਿਲਾਂ ਤਾਂ ਵਿਰਾਸਤੀ ਸੱਤ ਜਿਹੜੀ ਕੰਪਨੀ ਤੁਹਾਡੀ ਹੈਗੀ ਹੈ ਸੰਸਥਾ, ਆਈ ਐਮ ਵੈਰੀ ਥੈਂਕਫੁਲ ਫਰੋਮ ਦਾ ਕੋਰ ਆਫ ਮਾਈ ਹਾਰਟ, ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਬੁਲਾਇਆ ਤੇ ਬੜੇ ਹੀ ਇੰਪੋਰਟੈਂਟ ਟੌਪਿਕ ਤੇ ਅਸੀਂ ਇੱਕ ਸੈਮੀਨਾਰ ਟਾਈਪਸ ਕੀਤਾ, ਜਿਹਦੇ ਨਾਲ ਬਹੁਤ ਗੱਲਾਂ ਉੱਭਰ ਕੇ ਆਈਆਂ ਜਿਹੜੀਆਂ ਕਿ ਸਾਨੂੰ ਪਤਾ ਲੱਗੀਆਂ। ਉਹ ਅਸੀਂ ਕੱਲ੍ਹ ਨੂੰ ਜਾਵਾਂਗੇ ਔਰ ਲੋਕਾਂ ਦੇ ਵਿੱਚ ਔਰ ਸਰਕਾਰ ਦੇ ਵਿੱਚ ਔਰ ਡਿਫਰੈਂਟ ਹਸਪੀਟਲ ਦੇ ਵਿੱਚ ਉਹਨਾਂ ਦੇ ਵਿਚਾਰ ਤੁਹਾਡੇ ਜਿਹੜੇ ਤੁਸੀਂ ਅੱਜ ਡਿਸਕਸ ਕੀਤੇ ਹੈ ਐਜ਼ ਸੈਮੀਨਾਰ, ਅਸੀਂ ਉਹਨਾਂ ਨੂੰ ਪ੍ਰਗਟ ਕਰਾਂਗੇ। ਤੇ ਅਸੀਂ ਚਾਹਾਂਗੇ ਕਿ ਅਸੀਂ ਹਰ ਜਿਹੜਾ ਪੇਸ਼ੈਂਟ ਹੈਗਾ ਹਸਪਤਾਲ ਦੇ ਵਿੱਚ ਰੋ ਰਿਹਾ ਵਿਚਾਰਾ, ਸਿੱਕ ਹੈ, ਨੀਡੀ ਹੈ, ਉਸ ਨੂੰ ਸਭ ਤੋਂ ਵੱਧ NGOs ਤੇ ਜਿਹੜੇ ਯੂਥ ਹੈ ਉਹ ਵੱਧ ਤੋਂ ਵੱਧ ਅੱਗੇ ਆਉਣ ਤੇ ਇਹਨਾਂ ਦੀ ਸੇਵਾ ਅਸੀਂ ਲਈਏ। ਔਰ ਐਜ਼ ਏ ਬਲੱਡ ਬੈਂਕ ਆਫਿਸਰ, ਐਜ਼ ਏ ਡਾਕਟਰ, ਆਈ ਪ੍ਰੋਮਿਸ ਯੂ ਕਿ ਸੇਫ ਬਲੱਡ ਸਟਾਰਟਸ ਵਿਦ ਮੀ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਹੀ ਸੁੰਦਰ ਵਿਚਾਰਾਂ ਦੀ ਸਾਂਝ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਕੀਤੀ ਹੈ ਡਾਕਟਰ ਸਾਹਿਬ। ਅਸੀਂ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਧੰਨਵਾਦ ਪ੍ਰਗਟ ਕਰਦੇ ਹਾਂ। ਸੋ ਪਿਆਰੇ ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਤਰਕ ਵਿਚਾਰ ਦੇ ਵਿੱਚ ਤੁਸੀਂ ਸੁਣਿਆ ਵੀ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਜੋ ਬਲੱਡ ਯਾਨੀ ਕਿ ਖੂਨਦਾਨ ਕਰਨ ਦੇ ਮਾਮਲੇ ਦੇ ਵਿੱਚ ਭਰਮ ਭੁਲੇਖੇ ਪਏ ਹੋਏ ਸਨ, ਉਹ ਦੂਰ ਹੋ ਗਏ ਨੇ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਦੂਰ ਕਰਨ ਦੀ ਲੋੜ ਵੀ ਹੈ। ਤੇ ਇਹਦੇ ਨਾਲ ਸਾਨੂੰ ਇੱਕ ਮੈਸੇਜ ਵੀ ਮਿਲ ਰਿਹਾ ਹੈ ਵੀ ਖੂਨਦਾਨ ਕਰਨ ਦੀ ਜਿਹੜੀ ਮੁਹਿੰਮ ਹੈ ਉਸ ਨੂੰ ਸਮੁੱਚੇ ਵਿਸ਼ਵ ਅੰਦਰ ਪ੍ਰਚੰਡ ਕਰਨ ਦੀ ਲੋੜ ਹੈ। ਆਓ ਉਹਨਾਂ ਉਦਮੀ ਵੀਰਾਂ ਦਾ ਸਾਥ ਦਈਏ, ਉਹਨਾਂ ਡਾਕਟਰ ਸਾਹਿਬਾਨ ਦਾ ਸਾਥ ਦਈਏ ਜਿਹੜੇ ਇਸ ਕੰਪੇਨ ਨੂੰ ਲਗਾਤਾਰ ਆਪਣੇ ਇੱਕ ਜੀਵਨ ਦਾ ਹਿੱਸਾ ਮੰਨ ਕੇ, ਨਿਸ਼ਾਨਾ ਮੰਨ ਕੇ ਅੱਗੇ ਤੋਰ ਰਹੇ ਨੇ ਤੇ ਨੈਤਿਕ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੇ ਹੋਏ ਆਪਣੀ ਜ਼ਿੰਦਗੀ ਵੀ ਜਿਹੜੀ ਹੈ ਉਹ ਇਸ ਮੁਹਿੰਮ ਨੂੰ ਸਮਰਪਿਤ ਕਰ ਰਹੇ ਨੇ। ਸੋ ਸਾਰੇ ਹੀ ਆਏ ਹੋਏ ਮਹਿਮਾਨਾਂ ਦਾ ਵਿਰਾਸਤੀ ਸੱਤ ਚੈਨਲ ਦੀ ਸਮੁੱਚੀ ਟੀਮ ਦੇ ਵੱਲੋਂ
ਇੱਕ ਵਾਰੀ ਫੇਰ ਤੋਂ ਧੰਨਵਾਦ ਜੀ। ਸੋ ਆਓ ਸਾਡੇ ਦਰਸ਼ਕਾਂ ਨਾਲ ਜਾਂਦੇ ਜਾਂਦੇ ਇੱਕ ਵਾਰੀ ਫੇਰ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।